ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਤਰੱਕੀ ਦੇ ਪਲੇਟਫਾਰਮ ਤੇ ਤੁਹਾਡਾ ਦੁਬਾਰਾ ਸਵਾਗਤ ਹੈ। ਅੱਜ ਸਾਡੇ ਨਾਲ ਨੇ ਨਵਜੋਤ ਸਿੰਘ ਜੀ ਜੋ ਅਲਰਟ ਐਂਟਰਪ੍ਰਾਈਜ਼ ਦੇ ਵਿੱਚ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਡਿਪਾਰਟਮੈਂਟ ਦੇ ਵਿੱਚ ਕੰਮ ਕਰਦੇ ਨੇ। ਸੋ ਜਿਵੇਂ ਕਿ ਅਸੀਂ ਤੁਹਾਨੂੰ ਲਾਸਟ ਵੀਡੀਓ ਦੇ ਵਿੱਚ ਦੱਸਿਆ ਸੀ ਕਿ ਅਸੀਂ ਤਰੱਕੀ ਕਿਉਂ ਸਟਾਰਟ ਕੀਤਾ, ਅਸੀਂ ਤਰੱਕੀ ਦੇ ਵਿੱਚ ਕੀ ਕਰਦੇ ਆ, ਅਸੀਂ ਕੀ ਕਿਉਂ ਕਰਦੇ ਆ ਤੇ ਅਸੀਂ ਕਿਵੇਂ ਕਰਦੇ ਆ। ਸੋ ਜੋ ਅਸੀਂ ਤੁਹਾਨੂੰ ਦੱਸਿਆ ਸੀਗਾ ਕਿ ਅਸੀਂ ਬੱਚਿਆਂ ਨੂੰ ਆਈਟੀ ਕੰਪਨੀ ਦੇ ਵਿੱਚ ਵਿਜ਼ਿਟ ਵੀ ਕਰਾਉਂਦੇ ਹਾਂ, ਜਿਹੜੀ ਕਿ ਸਾਡੀ ਆਈਟੀ ਕੰਪਨੀ ਆਈਟੀ ਪਾਰਕ ਚੰਡੀਗੜ੍ਹ ਦੇ ਵਿੱਚ ਹੈ। ਸੋ ਅਸੀਂ ਜਦੋਂ ਬੱਚਿਆਂ ਨੂੰ ਬੁਲਾਉਂਦੇ ਹਾਂ ਉੱਥੇ, ਤਾਂ ਅਸੀਂ ਬੱਚਿਆਂ ਨੂੰ ਕੋਸ਼ਿਸ਼ ਕਰਦੇ ਹਾਂ ਕਿ ਬੱਚੇ ਖੁੱਲ੍ਹਣ ਅਤੇ ਆਪਣੇ ਸਵਾਲ ਪੁੱਛਣ, ਬਟ ਜ਼ਿਆਦਾਤਰ ਬੱਚੇ ਆਪਣੇ ਸਵਾਲ ਨਹੀਂ ਪੁੱਛ ਪਾਉਂਦੇ ਉਸ ਟਾਈਮ। ਸੋ ਅਸੀਂ ਬੱਚਿਆਂ ਨੂੰ ਇੱਕ ਆਪਸ਼ਨ ਦਿੰਦੇ ਹਾਂ ਕਿ ਤੁਸੀਂ ਆਪਣੇ ਸਵਾਲ ਸਾਨੂੰ ਲਿਖ ਕੇ ਵੀ ਦੇ ਸਕਦੇ ਹੋ। ਸੋ ਹੁਣ ਤੱਕ 600 ਬੱਚੇ ਵਿਜ਼ਿਟ ਕਰ ਚੁੱਕੇ ਨੇ। ਸੋ ਉਹਦੇ ਵਿੱਚੋਂ ਕੁਝ ਬੱਚਿਆਂ ਨੇ ਕਾਫੀ ਸਵਾਲ ਪੁੱਛੇ ਸੀ। ਅਸੀਂ ਚਾਹੁੰਦੇ ਸੀ ਕਿ ਅਸੀਂ ਉਹਨਾਂ ਦਾ ਜਵਾਬ ਵੀਡੀਓ ਦੇ ਰਾਹੀਂ ਬੱਚਿਆਂ ਨੂੰ ਅਤੇ ਉਹਨਾਂ ਦੇ ਪੇਰੈਂਟਸ ਨੂੰ ਜਾਂ ਟੀਚਰਸ ਨੂੰ ਦਈਏ, ਕਿਉਂਕਿ ਸਾਨੂੰ ਇਹ ਲੱਗਦਾ ਹੈ ਕਿ ਇਹ ਸਵਾਲ ਬਾਕੀ ਬੱਚਿਆਂ ਦੇ ਵੀ ਡੈਫੀਨੇਟਲੀ ਹੋਣਗੇ। ਆਪਾਂ ਸਟਾਰਟ ਕਰ ਸਕਦੇ ਹਾਂ। ਮੇਬੀ ਨਵਜੋਤ ਤੁਸੀਂ ਕੁਝ ਐਡ ਕਰਨਾ ਚਾਹੁੰਦੇ ਹੋ ਤਾਂ ਕਰ ਸਕਦੇ ਹੋ। ਹਾਂਜੀ, ਨਹੀਂ ਮੈਂ ਸਿਰਫ ਇੰਨਾ ਐਡ ਕਰਨਾ ਚਾਹੂੰਗਾ ਕਿ ਜਿਹੜੇ ਇਹ ਸਵਾਲ ਆ ਇਹ ਸਾਡੇ ਮਨ 'ਚ ਹੀ ਸੀਗੇ। ਅਸੀਂ ਜਦੋਂ ਇਹ ਸਵਾਲਾਂ ਥਰੂ ਗਏ, ਜਦੋਂ ਅਸੀਂ ਸਕੂਲ 'ਚ ਸੀਗੇ ਜਾਂ ਅਸੀਂ ਕਾਲਜ ਦੇ ਵਿੱਚ ਸੀਗੇ, ਉਦੋਂ ਸਾਡੇ ਕੋਲ ਵੀ ਇਹ ਸਵਾਲ ਸੀ। ਤੇ ਕਿਸੇ ਕਈ ਵਾਰੀ ਰਾਈਟ ਟਾਈਮ ਤੇ ਕੋਈ ਆਨਸਰ ਦੇਣ ਲਈ ਹੁੰਦਾ, ਕਈ ਵਾਰੀ ਨਹੀਂ ਹੁੰਦਾ। ਸੋ ਜੇ ਤੁਸੀਂ ਸਟੂਡੈਂਟ ਹੋ ਜਾਂ ਫਿਰ ਟੀਚਰ ਹੋ ਜਾਂ ਪੇਰੈਂਟਸ ਹੋ, ਕਿਸੇ ਵੀ ਲੈਵਲ ਤੇ ਆਪਣੇ ਕਰੀਅਰ ਦੇ ਵਿੱਚ ਗਾਂਹ ਤਰੱਕੀ ਵਾਸਤੇ ਪ੍ਰਿਪੇਅਰ ਕਰ ਰਹੇ ਹੋ, ਤਾਂ ਤੁਹਾਡੇ ਲਈ ਇਹ ਸਾਰੇ ਸਵਾਲ ਸੁਣਨੇ ਸ਼ਾਇਦ ਰੈਲੇਵੈਂਟ ਹੋਣਗੇ। ਹਾਂਜੀ, ਸੋ ਅਸੀਂ ਬੱਚੇ ਦਾ ਨਾਮ ਨਹੀਂ ਇੱਥੇ ਡੈਫੀਨੇਟਲੀ ਹੈ ਨਾ ਆਪਾਂ ਨਹੀਂ ਡਿਸਕਲੋਜ਼ ਕਰਾਂਗੇ, ਕਿ ਬੱਚਾ ਇੰਨਾ ਸ਼ਾਇ ਹੈ, ਉਹ ਆਪਣਾ ਸਵਾਲ ਆਪ ਨਹੀਂ ਪੁੱਛ ਸਕਦਾ ਸੀ। ਸੋ ਇਹ ਪੁੱਛਣਾ ਚਾਹੁੰਦੇ ਨੇ ਕਿ ਮੇਰਾ ਏਮ ਹੈ IPS ਆਫਿਸਰ ਬਣਨ ਦਾ, ਤੇ ਇਹ ਮੇਰਾ ਏਮ 7th ਕਲਾਸ ਤੋਂ ਹੀ ਹੈ। ਮੈਂ ਸੋਚ ਰਹੀ ਹਾਂ ਕਿ ਮੈਂ BSc ਨਾਨ ਮੈਡੀਕਲ ਕਰ ਲਵਾਂ, ਤੇ ਮੈਂ ਸ਼ੁਰੂ ਤੋਂ ਹੀ ਟੌਪਰ ਰਹੀ ਹਾਂ ਕਲਾਸ ਦੀ। ਮੇਰੇ ਹੁਣ ਪਾਪਾ ਨਹੀਂ ਹੈਗੇ ਇਸ ਦੁਨੀਆ ਦੇ ਵਿੱਚ, ਸੋ ਇਸ ਕਰਕੇ ਮੈਨੂੰ ਥੋੜ੍ਹੀਆਂ ਜਿਹੀਆਂ ਫਾਈਨੈਂਸ਼ੀਅਲ ਪ੍ਰੋਬਲਮਸ ਆ ਰਹੀਆਂ। ਸੋ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ। ਤੇ ਇਹਨਾਂ ਦਾ ਬੈਕਅਪ ਪਲਾਨ ਹੈਗਾ ਕਿ ਉਹ ਕੈਮਿਸਟਰੀ ਦੇ ਲੈਕਚਰਰ ਬਣ ਸਕਦੇ ਨੇ ਕਾਲਜ ਦੇ ਵਿੱਚ। ਸੋ ਹਾਂਜੀ, ਇਹਨਾਂ ਦਾ ਇਹ ਸਵਾਲ ਹੈ ਕਿ ਅਸੀਂ ਇਹਨਾਂ ਨੂੰ ਕਿਸੇ IPS ਆਫਿਸਰ ਦੇ ਨਾਲ ਕਨੈਕਟ ਕਰਵਾ ਸਕਦੇ ਹਾਂ, ਤੇ ਕਿ BSc ਨਾਨ ਮੈਡੀਕਲ ਇਹਨਾਂ ਦੇ ਲਈ ਕਰੀਅਰ ਦੇ ਲਈ ਬੈਟਰ ਆਪਸ਼ਨ ਹੈ ਜਾਂ ਕੋਈ ਹੋਰ ਆਪਸ਼ਨ ਨਹੀਂ ਹੈਗਾ। ਦੋ ਤਿੰਨ ਚੀਜ਼ਾਂ। ਪਹਿਲੀ ਚੀਜ਼ ਤਾਂ ਇਹ ਕਿ ਇਹ ਤੁਹਾਡੀ ਕੰਸਿਸਟੈਂਸੀ ਸ਼ੋ ਕਰਦਾ ਹੈ ਕਿ ਤੁਸੀਂ 7th ਕਲਾਸ ਤੋਂ ਲੈ ਕੇ ਜਾਂ ਬਹੁਤ ਅਰਲੀ ਸਟੇਜ ਤੋਂ ਲੈ ਕੇ ਇੱਕ ਡ੍ਰੀਮ ਤੇ ਸਟਿਕ ਹੋਏ ਹੋ, ਕਿ ਤੁਹਾਨੂੰ ਲੱਗਦਾ ਕਿ ਮੈਂ ਆਹ ਕਰਨਾ ਹੈ। ਇਹ ਬਹੁਤ ਵਧੀਆ ਗੱਲ ਹੈ। ਦੂਸਰੀ ਚੀਜ਼, ਜਿਹੜੇ ਆਪਣੇ ਪ੍ਰੈਕਟੀਕਲ ਲਾਈਫ ਦੇ ਸਰਕਮਸਟੈਂਸਿਸ ਹੁੰਦੇ ਆ, ਵੀ ਕਦੇ ਕੋਈ ਪ੍ਰੋਬਲਮ ਹੈਗੀ ਆ ਜਾਂ ਫਾਈਨੈਂਸ਼ੀਅਲ ਪ੍ਰੋਬਲਮ ਆ ਜਾਂ ਫਿਰ ਕਿਸੇ ਵੀ ਤਰ੍ਹਾਂ ਦੀ ਕੋਈ ਮੈਂਟਰਸ਼ਿਪ ਦੀ ਕੋਈ ਘਾਟ ਆ, ਉਹ ਚੀਜ਼ਾਂ ਆਪਣੇ ਰਾਹ ਦਾ ਰੋੜਾ ਨਹੀਂ ਬਣ ਸਕਦੀਆਂ ਜੇ ਆਪਾਂ ਲੰਬੇ ਟਾਈਮ ਤੱਕ ਡਿਟਰਮਾਈਨਡ ਆ। ਜਿਹੜੇ ਆਪਾਂ ਫੈਕਟਸ ਦੀ ਗੱਲ ਕਰੀਏ ਤਾਂ ਜੇ ਤੁਸੀਂ IPS ਜਾਂ IAS ਦੀ ਤਿਆਰੀ ਕਰਨਾ ਚਾਹੁੰਦੇ ਹੋਗੇ, ਤਾਂ ਪਹਿਲੀ ਚੀਜ਼ ਤੁਹਾਨੂੰ ਉਹਦੇ ਲਈ ਗ੍ਰੈਜੂਏਸ਼ਨ ਚਾਹੀਦੀ ਆ। ਉਹ ਗ੍ਰੈਜੂਏਸ਼ਨ 'ਚ ਤੁਹਾਡੇ ਕੋਲ ਦੋ ਆਪਸ਼ਨਸ ਆ। ਜਨਰਲੀ ਬੱਚੇ ਪਹਿਲਾਂ ਸ਼ੁਰੂ ਤੋਂ ਹੀ ਕਰਦੇ ਹੁੰਦੇ ਸੀ ਕਿ ਆਰਟਸ ਦੇ ਵਿੱਚ ਗ੍ਰੈਜੂਏਸ਼ਨ ਕਰਦੇ ਸੀਗੇ, ਕਿ ਉਹਨਾਂ ਨੂੰ ਕੁਝ ਸਬਜੈਕਟ ਜਿਹੜੇ ਆ ਪੋਲੀਟੀਕਲ ਸਾਇੰਸ, ਪਬਲਿਕ ਐਡਮਿਨਿਸਟ੍ਰੇਸ਼ਨ, ਹਿਸਟਰੀ, ਉਹ ਸਬਜੈਕਟ ਜਿਹੜੇ ਆ ਉਹਦੀ ਤਿਆਰੀ 'ਚ ਵੀ ਕੰਮ ਆ ਜਾਣਗੇ। ਹਾਂਜੀ, ਆਈ ਥਿੰਕ ਉਹਨਾਂ ਨੂੰ ਇਹ ਵੀ ਲੱਗਦਾ ਸੀਗਾ ਕਿ ਜਿਹੜੀ ਸਾਡੀ ਡਿਗਰੀ ਦੇ ਸਬਜੈਕਟਸ ਹੈ ਜਾਂ ਡਿਗਰੀ ਜਿਹੜੀ ਹੈ ਥੋੜੀ ਜੀ ਈਜ਼ੀ ਹੋ ਜਾਏਗੀ ਜੇ ਆਪਾਂ BA ਕਰਾਂਗੇ, ਤਾਂ ਆਪਾਂ ਕੰਪੀਟੀਟਿਵ ਐਗਜ਼ਾਮ ਵੱਲ ਜ਼ਿਆਦਾ ਧਿਆਨ ਦੇਵਾਂਗੇ। ਹਾਂਜੀ, ਪਰ ਉਹ ਅਸਲ 'ਚ ਉਹ ਚੀਜ਼ ਬੈਕਫਾਇਰ ਕਰ ਜਾਂਦੀ ਕਈ ਵਾਰੀ ਨਾ, ਉਹ ਸਗੋਂ ਨੁਕਸਾਨ ਕਰ ਜਾਂਦੀ ਆ। ਉਹਦਾ ਕਾਰਨ ਇਹ ਆ ਕਿ ਜਦੋਂ ਆਪਾਂ ਸੌਖੀ ਪੜ੍ਹਾਈ ਸਟਾਰਟ ਕਰ ਦਿੰਦੇ ਆ ਨਾ, ਤੇ ਆਪਾਂ ਜਿੰਨਾ ਟਾਈਮ ਉਸ ਚੀਜ਼ ਨੂੰ ਦੇ ਦਾਂਗੇ ਉਨੇ ਟਾਈਮ 'ਚ ਹੀ ਐਡਜਸਟ ਹੋ ਜਾਊਗੀ। ਜੇ ਕੋਈ ਕੰਮ ਆਪਾਂ ਕਹਾਂਗੇ ਘੰਟੇ 'ਚ ਕਰਨਾ, ਆਪਣਾ ਦਿਮਾਗ ਕਿਉਂ ਕਰ ਦੋ ਕਿ ਤੁਸੀਂ 1 ਘੰਟੇ 'ਚ ਨਿਬੇੜਨਾ। ਜੇ ਆਪਾਂ ਕਹਾਂਗੇ 8 ਘੰਟੇ ਆਪਣੇ ਕੋਲ ਹੈਗੇ ਤਾਂ ਆਪਾਂ 5-6 ਘੰਟਿਆਂ 'ਚ ਉਹੀ ਕੰਮ ਨੂੰ ਲੈ ਜਾਵਾਂਗੇ। ਇਸ ਕਰਕੇ ਪਹਿਲੀ ਚੀਜ਼ ਤਾਂ ਇਹ ਆ ਕਿ ਤੁਹਾਨੂੰ ਥੋੜਾ ਜਿਹਾ ਕੰਪੀਟੀਟਿਵ ਗ੍ਰੈਜੂਏਸ਼ਨ ਕੋਰਸ ਦੇ ਵਿੱਚ ਜਾਣਾ ਚਾਹੀਦਾ। ਦੂਸਰੀ ਚੀਜ਼, ਜਿਵੇਂ ਫੋਰ ਐਗਜ਼ਾਮਪਲ BSc ਤੇ BTech 'ਚੋਂ ਵੇਖੀਏ ਤਾਂ BTech ਕੰਪੀਟੀਟਿਵ ਜ਼ਿਆਦਾ ਹੈ, ਉੱਥੇ ਤੁਹਾਡੇ ਕੋਲ ਜ਼ਿਆਦਾ ਐਗਜ਼ਾਮ ਹੁੰਦੇ ਆ। ਤਾਂ ਤੁਸੀਂ ਕਿਉਂਕਿ ਨਾਨ ਮੈਡੀਕਲ ਦੇ ਸਟੂਡੈਂਟ ਹੋ, ਇਸ ਕਰਕੇ ਤੁਹਾਡੇ ਲਈ ਆਈ ਵੁੱਡ ਸੁਜੈਸਟ ਕਿ BSc ਨਾਲੋਂ BTech ਜ਼ਿਆਦਾ ਵਧੀਆ ਆਪਸ਼ਨਸ ਆ। ਉਹਦੇ ਦੋ ਕਾਰਨ ਹੈ। ਪਹਿਲਾ ਕਾਰਨ ਤਾਂ ਕੰਪੀਟੀਟਿਵਨੈਸ ਤੁਹਾਡੀ ਵਧੂਗੀ, ਨਾਲ ਨਾਲ ਤੁਸੀਂ ਤਿਆਰੀ ਕਰੋਗੇ। ਦੂਸਰਾ ਕਾਰਨ ਹੈ ਕਿ ਤੁਹਾਡੇ ਕੋਲ ਇੱਕ ਬੈਕਅਪ ਕ੍ਰੀਏਟ ਹੋ ਜਾਊਗਾ ਕਿ ਜੇ IAS, IPS ਜਾਂ ਕਿਸੇ ਹੋਰ ਵਧੀਆ ਗਵਰਨਮੈਂਟ ਜੌਬ ਦੇ ਵਿੱਚ ਤੁਸੀਂ 1-2-3 ਸਾਲ ਪਹਿਲੇ ਨਹੀਂ ਜਾ ਸਕੋਗੇ ਕਿਸੇ ਕਾਰਨ ਕਰਕੇ, ਤਾਂ ਤੁਹਾਡੇ ਕੋਲ ਇੱਕ ਵਧੀਆ ਬੈਕਅਪ ਹੋਊਗਾ ਕਿ ਤੁਸੀਂ ਇੱਕ ਬਹੁਤ ਵਧੀਆ 60-70 ਹਜ਼ਾਰ ਰੁਪਏ ਪਰ ਮੰਥ ਦੀ ਜੌਬ, ਜਿੱਦਾਂ BTech ਵਧੀਆ ਕਾਲਜ ਤੋਂ ਕੀਤੀ ਹੋਊਗੀ, ਤਾਂ ਤੁਸੀਂ ਬੜੇ ਆਰਾਮ ਨਾਲ ਕਰ ਸਕਦੇ ਹੋ। ਤਾਂ ਇਹ ਦੋ ਰੀਜ਼ਨ ਹੈ। ਤੇ ਇਹਦਾ ਐਵੀਡੈਂਟ ਇਹ ਕਿੱਥੋਂ ਹੈਗਾ ਕਿ ਇਹ ਚੀਜ਼ ਇਹ ਵਧੀਆ ਆਪਸ਼ਨ ਹੈ। ਜਿੰਨੇ ਵੀ ਤੁਸੀਂ ਹੁਣ UPSC ਤੇ ਦੇਖ ਲਓ, ਜਿਹੜੇ ਬੱਚੇ IAS 'ਚ ਜਾਂਦੇ ਆ,
ਉਹ 'ਚੋਂ ਬਹੁਤ ਸਾਰੇ IITian ਹੁੰਦੇ ਆ ਜਿਹੜੇ IIT 'ਚ ਆਲਰੇਡੀ ਪੜ੍ਹਦੇ ਹੁੰਦੇ ਆ। ਆਪਾਂ ਨੂੰ ਲੱਗਦਾ ਵੀ ਇੰਨੀ ਔਖੀ ਪੜ੍ਹਾਈ ਕਰਦੇ ਆ, ਤਾਂ ਉਹ ਕਾਰਨ ਉਹਨਾਂ ਦਾ ਇਹੀ ਹੈ ਕਿ UPSC ਜਾਂਦੇ ਆ। ਸੋ ਇਹ ਇੱਕ ਦੋ ਸਲਾਹਾਂ ਹੈਗੀਆਂ ਮੇਰੀਆਂ ਤੁਹਾਡੇ ਨਾਲ ਸ਼ੇਅਰ ਕਰਨੀਆਂ ਸੀ। ਹਾਂਜੀ, ਸੋ 2-3 ਬੱਚਿਆਂ ਦਾ ਇੱਕ ਸੇਮ ਕੁਐਸਚਨ ਹੈ ਕਿ ਅਸੀਂ ਬਣਨਾ ਤਾਂ ਸੌਫਟਵੇਅਰ ਇੰਜੀਨੀਅਰ ਹੀ ਚਾਹੁੰਦੇ ਆ, ਬਟ ਅਸੀਂ ਫਾਈਨੈਂਸ਼ੀਅਲੀ ਅਫੋਰਡ ਨਹੀਂ ਕਰ ਸਕਦੇ, ਤੇ ਮੇਜਰਲੀ ਇਹ ਬੱਚੀਆਂ ਹੀ ਨੇ, ਕੁੜੀਆਂ ਨੇ। ਸੋ ਆਈ ਥਿੰਕ ਇਹਦੇ ਲਈ ਮੈਂ ਆਨਸਰ ਕਰਨਾ ਚਾਹੂੰਗੀ ਕਿ ਪਹਿਲੀ ਗੱਲ ਤਾਂ ਫਾਈਨੈਂਸ਼ੀਅਲ ਪ੍ਰੋਬਲਮ ਕਰਕੇ ਫੀਸ ਤੁਹਾਨੂੰ ਲੱਗਦਾ ਜੇ ਤੁਸੀਂ ਨਹੀਂ ਪ੍ਰਬੰਧ ਕਰ ਪਾ ਰਹੇ ਫੀਸ ਦਾ, ਤੇ ਤੁਸੀਂ ਕਦੀ ਵੀ ਆਪਣਾ ਪਲਾਨ ਨਾ ਚੇਂਜ ਕਰੋ, ਕਿਉਂਕਿ ਬਹੁਤ ਸਾਰੀਆਂ ਸਕਾਲਰਸ਼ਿਪਸ ਅਵੇਲੇਬਲ ਨੇ, ਗਵਰਨਮੈਂਟ ਦੀਆਂ ਵੀ ਤੇ ਪ੍ਰਾਈਵੇਟ ਵੀ। ਉਹ ਤੁਸੀਂ ਸਾਡੇ ਇੰਸਟਾਗ੍ਰਾਮ ਪੇਜ ਤੇ ਜਾ ਕੇ ਚੈੱਕ ਵੀ ਕਰ ਸਕਦੇ ਹੋ। ਅਸੀਂ ਐਟਲੀਸਟ 20 ਸਕਾਲਰਸ਼ਿਪਸ, ਉਹਦੇ ਲਈ ਬੱਚੇ ਦੀ ਐਲੀਜੀਬਿਲਿਟੀ ਕੀ ਚਾਹੀਦੀ ਹੈ, ਉਹਦੇ ਲਈ ਡਾਕੂਮੈਂਟਸ ਕੀ ਲੱਗਣਗੇ, ਤੁਸੀਂ ਕਦੋਂ ਅਪਲਾਈ ਕਰ ਸਕਦੇ ਹੋ, ਸਾਰੀਆਂ ਡਿਟੇਲਸ ਉੱਥੇ ਅਵੇਲੇਬਲ ਨੇ। ਸੋ ਤੁਸੀਂ ਬੈਕਅਪ ਪਲਾਨ, ਡਿਗਰੀ ਬੈਕਅਪ ਪਲਾਨ ਨਾ ਰੱਖੋ ਕਿ ਮੈਂ ਸੌਫਟਵੇਅਰ ਇੰਜੀਨੀਅਰ ਬਣਨਾ ਹੈ ਬਟ ਮੈਂ BSc ਕਰ ਲੂੰਗੀ ਐਜ਼ ਅ ਬੈਕਅਪ ਪਲਾਨ। ਸੋ ਆਈ ਥਿੰਕ ਤੁਸੀਂ BTech ਕਰ ਸਕਦੇ ਹੋ। ਈਵਨ ਗਰਲਸ ਦੇ ਲਈ ਤਾਂ ਕਾਫੀ ਸਕਾਲਰਸ਼ਿਪਸ ਹੈ ਜਿਹੜੀਆਂ ਸਪੈਸੀਫਿਕਲੀ ਫॉर ਗਰਲਸ ਹੈ, ਹਾਂਜੀ, ਕੁੜੀਆਂ ਨੂੰ ਨਹੀਂ ਤਾਂ ਮਿਲਦੀਆਂ। ਮੈਂ ਪਿਛਲੇ ਤੋਂ ਕੁਝ 3-4 ਦਿਨਾਂ ਤੋਂ ਨਾ ਮੈਨੂੰ ਕੁਝ ਬੱਚਿਆਂ ਦੇ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ, ਤਾਂ ਬਹੁਤ ਬੱਚੇ ਇਦਾਂ ਦੇ ਮੈਨੂੰ ਮਿਲੇ ਜਿਹੜੇ ਨਾਨ ਮੈਡੀਕਲ +2 ਕੀਤੀ ਆ ਪਰ ਉਹ BCA ਕਰਨਾ ਚਾਹੁੰਦੇ ਆ। ਤਾਂ ਮੈਨੂੰ ਲੱਗਿਆ ਕਿ BCA 'ਚ ਇੰਟਰਸਟ ਕਿਉਂ ਬੱਚਿਆਂ ਦਾ, ਇੱਕਦਮ ਜਦੋਂ ਉਹਨਾਂ ਨਾਲ ਗੱਲ ਕੀਤੀ ਤਾਂ ਪਤਾ ਲੱਗਿਆ ਕਿ BCA ਦੀ ਜਿਹੜੀ ਫੀਸ ਹੈ ਉਹ BTech ਨਾਲੋਂ ਅੱਧੀ ਆ। ਇਸ ਕਰਕੇ ਤਾਂ ਉੱਥੇ ਮੈਨੂੰ ਇਹ ਲੱਗਦਾ ਹੈ ਕਿ ਜਾਂ ਤਾਂ ਬੱਚਿਆਂ ਕੋਲ ਸਕਾਲਰਸ਼ਿਪ ਦੀ ਜਾਣਕਾਰੀ ਨਹੀਂ ਹੁੰਦੀ ਕਿ ਸਕਾਲਰਸ਼ਿਪ ਤਾਂ ਬਹੁਤ ਸਾਰੀਆਂ ਹੈਗੀਆਂ, ਗਵਰਨਮੈਂਟ ਦੀਆਂ ਵੀ ਆ, ਬਹੁਤ ਸਾਰੇ ਸੋਸ਼ਲ ਆਰਗੇਨਾਈਜੇਸ਼ਨਸ ਦੀਆਂ ਵੀ ਹੈਗੀਆਂ, ਤੇ ਜਾਂ ਫਿਰ ਬੱਚਿਆਂ ਨੂੰ ਡਰ ਲੱਗਦਾ ਹੁੰਦਾ ਕਿ ਪਤਾ ਨਹੀਂ ਕਿੰਨੀ ਫੀਸ ਹੈ BTech ਦੀ। ਤਾਂ ਇਸ ਕਰਕੇ ਤੁਹਾਨੂੰ ਉਸ ਚੀਜ਼ ਤੇ ਬਿਲਕੁਲ ਚਿੰਤਾ ਕਰਨ ਦੀ ਜ਼ਰੂਰਤ ਨਹੀਂਗੀ। ਸੋ ਤੁਸੀਂ ਪੈਸਿਆਂ ਕਰਕੇ ਕੰਪਰੋਮਾਈਜ਼ ਨਹੀਂ ਕਰਨਾ, ਪਹਿਲੀ ਚੀਜ਼। ਦੂਸਰੀ ਚੀਜ਼, ਜੇ ਕੋਈ ਰਸਤਾ ਨਹੀਂ ਲੱਭਦਾ ਤਾਂ ਤੁਸੀਂ ਕਦੇ ਵੀ ਤਰੱਕੀ ਦੇ WhatsApp ਨੰਬਰ ਤੇ ਮੈਸੇਜ ਕਰ ਸਕਦੇ ਹੋ। ਇੱਕ ਬੱਚਾ ਇਹ ਪੁੱਛਣਾ ਚਾਹ ਰਿਹਾ ਹੈ ਕਿ ਮੇਰਾ ਜਿਹੜਾ ਏਮ ਹੈ ਉਹ ਬਿਜ਼ਨਸ ਕਰਨ ਦਾ ਹੀ ਹੈ। ਮੈਂ ਘਰ ਦੇ ਹਾਲਾਤਾਂ ਦੇ ਮੱਦੇਨਜ਼ਰ ਰੱਖਦੇ ਹੋਏ ਸੋਚਿਆ ਸੀ ਕਿ ਮੈਂ ਅੱਗੇ ਪੜ੍ਹਾਈ ਨਹੀਂ ਕੰਟੀਨਿਊ ਕਰਨੀ, ਬਟ ਹੁਣ ਮੈਨੂੰ ਲੱਗ ਰਿਹਾ ਸੈਸ਼ਨ ਤੋਂ ਬਾਅਦ ਕਿ ਮੈਨੂੰ ਪੜ੍ਹਨਾ ਚਾਹੀਦਾ। ਤੇ ਤੁਸੀਂ ਮੈਨੂੰ ਕੀ ਹੈਲਪ ਕਰ ਸਕਦੇ ਹੋ ਕਿ ਮੇਰੇ ਲਈ ਕਿਹੜਾ ਕੋਰਸ ਵਧੀਆ ਰਹੇਗਾ, ਤਾਂ ਕਿ ਮੈਂ ਜੇ ਥੋੜਾ ਚਿਰ ਜੌਬ ਕਰਾਂ ਤੇ ਮੈਂ ਆਪਣੇ ਬਿਜ਼ਨਸ ਦੇ ਲਈ ਇੱਕ ਤਰੀਕੇ ਕਹਿ ਸਕਦੇ ਆ ਨੀਂਹ ਪੱਥਰ ਰੱਖ ਸਕਾਂ ਉਹਨਾਂ ਪੈਸਿਆਂ ਦੇ ਨਾਲ, ਤੇ ਘਰ ਦੇ ਵੀ ਕੁਝ ਮਦਦ ਕਰ ਪਾਵਾਂ, ਐਂਡ ਉਸ ਤੋਂ ਬਾਅਦ ਫਿਰ ਮੈਂ ਕੰਪਨੀ ਖੋਲ੍ਹਣਾ ਚਾਹਾਂਗਾ। ਬਹੁਤ ਵਧੀਆ ਕੁਐਸਚਨ ਹੈ, ਤੇ ਮੈਨੂੰ ਇਹ ਪੱਕਾ ਯਕੀਨ ਹੈ ਕਿ ਬਹੁਤ ਸਾਰੇ ਬੱਚਿਆਂ ਦਾ ਇਹ ਕੁਐਸਚਨ ਹੋਊਗਾ। ਤਾਂ ਜਿਹੜਾ ਬਿਜ਼ਨਸ ਆ, ਬਿਜ਼ਨਸ ਦਾ ਜਿਵੇਂ ਦੁਕਾਨ ਤੇ ਬਿਜ਼ਨਸ ਦੇ ਵਿੱਚ ਕੀ ਫਰਕ ਹੁੰਦਾ, ਉਹਦੇ ਵਿੱਚ ਸਿਰਫ ਵਿਜ਼ਨ ਦਾ ਹੀ ਫਰਕ ਹੁੰਦਾ ਹੈ ਕਿ ਤੁਹਾਡਾ ਵਿਜ਼ਨ ਜਦੋਂ ਬ੍ਰੌਡ ਹੋ ਜਾਂਦਾ ਤਾਂ ਤੁਸੀਂ ਇੱਕ ਦੁਕਾਨ ਨੂੰ ਇੱਕ ਬ੍ਰਾਂਡ ਬਣਾ ਦਿੰਦੇ ਹੋ। ਫਿਰ ਹੌਲੀ ਹੌਲੀ ਕਰਕੇ ਅੱਗੇ ਜਾ ਕੇ ਦੁਕਾਨ ਖੋਲ੍ਹਣ ਲਈ ਜਾਂ ਛੋਟੇ ਪੱਧਰ ਦਾ ਬਿਜ਼ਨਸ ਖੋਲ੍ਹਣ ਲਈ ਤੁਹਾਨੂੰ ਐਜੂਕੇਸ਼ਨ ਮੈਂਡੇਟਰੀ ਨਹੀਂ ਹੈਗੀ, ਬਟ ਤੁਸੀਂ ਇਟਸ ਗੁੱਡ ਕਿ ਤੁਹਾਡੇ ਕੋਲ ਹੋਵੇ। ਪਰ ਜੇ ਤੁਸੀਂ ਬਿਜ਼ਨਸ ਖੋਲ੍ਹਣਾ ਆ ਤੇ ਜੇ ਤੁਸੀਂ ਬਿਨਾਂ ਜ਼ਿਆਦਾ ਸਟ੍ਰੈਸ ਲਏ ਉਹ ਬਿਜ਼ਨਸ ਨੂੰ ਅੱਗੇ ਲਿਜਾਣਾ ਚਾਹੁੰਦੇ ਆ, ਤਾਂ ਪਹਿਲੀ ਚੀਜ਼ ਤੁਹਾਡੇ ਲਈ ਐਜੂਕੇਸ਼ਨ ਬਹੁਤ ਇੰਪੋਰਟੈਂਟ ਹੈ। ਦੂਸਰੀ ਚੀਜ਼, ਐਜੂਕੇਸ਼ਨ ਤੋਂ ਬਾਅਦ ਵਰਕ ਐਕਸਪੀਰੀਅੰਸ ਵੀ ਇੰਪੋਰਟੈਂਟ ਹੈ। ਜਦੋਂ ਤੁਸੀਂ ਪੜ੍ਹਾਈ ਕਰਕੇ 2-4 ਸਾਲ ਜੌਬ ਕਰੋਗੇ, ਇੱਕ ਤਾਂ ਉਹ ਤੁਹਾਨੂੰ ਆਪਣੇ ਪੈਰਾਂ ਸਿਰ ਖੜਾ ਕਰਨ 'ਚ ਹੈਲਪ ਕਰੂਗੀ ਜੌਬ, ਤੁਸੀਂ ਆਪਣੇ ਬੇਸਿਕਸ ਸੈੱਟ ਕਰ ਲਓਗੇ। ਦੂਸਰੀ ਚੀਜ਼ ਹੈਗੀ ਆ ਕਿ ਤੁਹਾਨੂੰ ਜਿਹੜਾ ਜੌਬ 'ਚ ਐਕਸਪੀਰੀਅੰਸ ਹੋਊਗਾ, ਜਿਵੇਂ ਤੁਸੀਂ ਮੰਨ ਲਓ ਕਿਸੇ MNC 'ਚ ਕੰਮ ਕਰਦੇ ਹੋ, ਕਿਸੇ ਕਾਰਪੋਰੇਟ ਕੰਪਨੀ, ਸੌਫਟਵੇਅਰ ਕੰਪਨੀ 'ਚ ਕੰਮ ਕਰਦੇ ਹੋ, ਜਾਂ ਕਿਸੇ ਮਕੈਨੀਕਲ ਦੀ ਕੰਪਨੀ 'ਚ ਕੰਮ ਕਰਦੇ ਹੋ, ਤਾਂ ਤੁਹਾਨੂੰ ਉੱਥੋਂ ਇਹ ਸਿੱਖਣ ਨੂੰ ਮਿਲੂਗਾ ਕਿ ਪ੍ਰੋਸੈਸਿਸ ਕਿਵੇਂ ਸੈਟਅਪ ਕਰਨੀਆਂ, ਨੈਗੋਸ਼ੀਏਸ਼ਨਸ ਕਿਵੇਂ ਕਰਨੀਆਂ, ਮਾਰਕੀਟਿੰਗ ਕਿਵੇਂ ਕਰਨੀ ਆ, ਸੇਲਸ ਕਿਵੇਂ ਕਰਨੀ ਆ, ਟੀਮ ਕਿਵੇਂ ਮੈਨੇਜ ਕਰਨੀ ਆ, ਫੰਡ ਕਿਵੇਂ ਰੇਜ਼ ਕਰਨਾ, ਇਹ ਬਹੁਤ ਸਾਰੇ ਐਸਪੈਕਟਸ ਹੁੰਦੀਆਂ। ਸੋ ਤੁਸੀਂ ਪੜ੍ਹਾਈ ਪੂਰੀ ਕਰਕੇ ਆਪਣੀ, ਫਿਰ ਉਸ ਤੋਂ ਬਾਅਦ 2-4 ਸਾਲ ਜੌਬ ਕਰਕੇ ਨਾਲ ਤੁਸੀਂ ਆਪਣੀ ਤਿਆਰੀ ਵੀ ਕਰੀ ਜਾਓ, ਫਿਰ ਤੁਸੀਂ ਆਪਣਾ ਸਟਾਰਟਅਪ ਲਾਂਚ ਕਰੋ ਤੇ ਤੁਸੀਂ ਉਹਨੂੰ ਅੱਗੇ $1 ਬਿਲੀਅਨ ਤੱਕ ਲਿਜਾਓ, ਭਾਵੇਂ ਅੱਗੇ ਅਸਮਾਨ ਖੁੱਲਾ ਹੋਵੇ ਤੁਹਾਡੇ ਲਈ। ਹਾਂਜੀ, ਮੈਂ ਇੱਕ ਚੀਜ਼ ਹੋਰ ਐਡ ਕਰਨਾ ਚਾਹੂੰਗੀ। ਐਜੂਕੇਸ਼ਨ ਦੇ ਨਾਲ ਜੇ ਤੁਹਾਨੂੰ ਇਸ ਚੀਜ਼ ਦੀ ਕਲੈਰਿਟੀ ਹੈ ਕਿ ਤੁਸੀਂ ਕਿਹੜੀ ਚੀਜ਼ ਦਾ ਬਿਜ਼ਨਸ ਕਰਨਾ ਹੈ, ਕਿਹੜੀ ਚੀਜ਼ ਦੀ ਕੰਪਨੀ ਖੋਲ੍ਹਣੀ ਹੈ, ਕੋਸ਼ਿਸ਼ ਕਰੋ ਕਿ ਤੁਸੀਂ ਉਹਦਾ ਐਕਸਪੀਰੀਅੰਸ ਸਿਮਿਲਰ ਕੰਪਨੀ ਤੋਂ ਲੈ ਲਓ। ਜਿੱਦਾਂ ਮੇਰੇ ਪਾਪਾ ਦਾ ਇੱਕ ਛੋਟਾ ਯੂਨੀਫਾਰਮ ਦਾ ਬਿਜ਼ਨਸ ਹੈ ਨਾ, ਸੋ ਉਹਨਾਂ ਨੇ ਮੈਨੂੰ ਕਿਹਾ, ਕਹਿੰਦੇ ਪਹਿਲਾਂ ਮੈਂ ਕਟਿੰਗ ਸਿੱਖੀ ਸੀ ਕੱਪੜੇ ਦੀ, ਫਿਰ ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਤੁਸੀਂ ਕਿਹੜੇ ਕੱਪੜੇ ਸਿਉਣੇ ਸੀਗੇ ਨਾ, ਤੁਸੀਂ ਤਾਂ ਟੇਲਰ ਹਾਇਰ ਕਰਨੇ ਸੀ। ਸੋ ਉਹਨਾਂ ਨੇ ਮੈਨੂੰ ਦੱਸਿਆ ਕਿ ਜੇ ਮੈਂ ਨਹੀਂ ਸਿੱਖੂੰਗਾ ਤਾਂ ਹੋ ਸਕਦਾ ਹੈ ਕਿ ਜਿੰਨੇ ਕੱਪੜੇ 'ਚ 10 ਸ਼ਰਟਾਂ ਬਣ ਸਕਦੀਆਂ ਉਹ ਮੈਨੂੰ 5 ਹੀ ਬਣਾ ਕੇ ਦੇਣ, ਸੋ ਇਹਦੇ ਵਿੱਚ ਮੇਰਾ ਨੁਕਸਾਨ ਹੋਏਗਾ। ਸੋ ਸਕਿੱਲ ਸਿੱਖਣੀ ਜ਼ਰੂਰੀ ਹੁੰਦੀ ਹੈ, ਤਾਂ ਮਤਲਬ ਇਹ ਨਹੀਂ ਹੁੰਦਾ ਕਿ ਤੁਸੀਂ ਉਹ ਕੰਮ ਕਰੋਗੇ। ਸੋ ਆਈ ਥਿੰਕ ਇਸ ਸਕਿੱਲ ਐਂਡ ਐਜੂਕੇਸ਼ਨ, ਸੋ ਦੋਨੇ ਚੀਜ਼ਾਂ ਪੈਰਲਲ ਚੱਲਣਗੀਆਂ। ਐਜੂਕੇਸ਼ਨ ਤੁਹਾਨੂੰ ਬ੍ਰੌਡਰ ਵਿਜ਼ਨ ਦਊਗੀ, ਸਕਿੱਲ ਤੁਹਾਨੂੰ ਕੰਮ ਕਰਨ ਦਾ ਤਰੀਕਾ ਦੱਸੂਗੀ। ਸੋ ਇਹ ਚੀਜ਼ ਤੁਸੀਂ ਜੇ ਫੋਲੋ ਕਰੋ ਤਾਂ ਤੁਹਾਡੇ ਲਈ ਯੂਜ਼ਫੁਲ ਹੋਊਗੀ। ਹਾਂਜੀ, ਇੱਕ ਬੱਚੇ ਨੇ ਪੁੱਛਿਆ ਕਿ ਮੈਂ ਪਹਿਲੇ ਮੈਨੂੰ ਕਲੈਰਿਟੀ ਨਹੀਂ ਸੀਗੀ ਕਿ ਮੈਂ ਕੀ ਕਰਨਾ, ਬਟ ਹੁਣ ਮੇਰਾ ਡਿਸੀਜਨ ਫਾਈਨਲ ਹੈ ਕਿ ਮੈਂ BTech ਹੀ ਕਰੂੰਗੀ, ਬਟ ਮੈਨੂੰ ਇਹ ਨਹੀਂ ਪਤਾ ਕਿ ਮੈਨੂੰ ਕਿਹੜੀ ਸਪੈਸ਼ਲਾਈਜੇਸ਼ਨ ਕਰਨੀ ਚਾਹੀਦੀ ਹੈ।
ਤੇ ਮੇਰੇ ਪੇਰੈਂਟਸ ਫੀਸ ਵੀ ਨਹੀਂ ਅਫੋਰਡ ਕਰ ਸਕਦੇ, ਸੋ ਮੇਬੀ ਆਪਾਂ ਉਹਨਾਂ ਨੂੰ ਬੀਟੈਕ ਦੀ ਡਿਫਰੈਂਟ ਬ੍ਰਾਂਚਸ ਬਾਰੇ ਦੱਸ ਸਕਦੇ ਹਾਂ। ਅਗੇਨ ਬਹੁਤ ਸਾਰੇ ਬੱਚਿਆਂ ਦਾ ਇਹ ਕੁਐਸਚਨ ਹੈਗਾ ਆ, ਬਹੁਤ ਵਧੀਆ ਤੁਸੀਂ ਕੁਐਸਚਨ ਪੁੱਛਿਆ। ਪਹਿਲੀ ਚੀਜ਼, ਤੁਸੀਂ ਅਫੋਰਡੇਬਿਲਿਟੀ ਤੋਂ ਪਹਿਲਾਂ ਆਪਾਂ ਆਨਸਰ ਕਰਦੇ ਹਾਂ। ਜੇ ਤੁਹਾਨੂੰ ਲੱਗਦਾ ਤੁਸੀਂ ਡਿਗਰੀ ਅਫੋਰਡ ਨਹੀਂ ਕਰ ਸਕਦੇ, ਤੁਸੀਂ ਬਿਲਕੁਲ ਫਿਕਰ ਨਹੀਂ ਕਰਨੀ, ਸਕਾਲਰਸ਼ਿਪਸ ਬਹੁਤ ਸਾਰੀਆਂ ਹੈਗੀਆਂ। ਜੇ ਤੁਹਾਨੂੰ ਹੈਲਪ ਚਾਹੀਦੀ ਹੈ, ਅਗੇਨ ਤੁਸੀਂ ਤਰੱਕੀ ਦੇ ਨੰਬਰ ਤੇ ਰੀਚ ਆਊਟ ਕਰ ਲਓ, ਤੁਹਾਨੂੰ 20 ਸਕਾਲਰਸ਼ਿਪਸ ਹੈਗੀਆਂ ਜਿਨ੍ਹਾਂ ਦੇ ਲਿੰਕ ਅਸੀਂ ਭੇਜ ਦਾਂਗੇ। ਉਸ ਤੋਂ ਬਾਅਦ ਵੀ ਜੇ ਤੁਹਾਨੂੰ ਲੱਗਦਾ ਕਿ ਤੁਸੀਂ ਤਰੱਕੀ ਦੇ ਥਰੂ ਮੈਂਟਰਸ਼ਿਪ ਤੇ ਸਕਾਲਰਸ਼ਿਪ ਪ੍ਰੋਗਰਾਮ 'ਚ ਇੰਗੇਜ ਕਰਨਾ ਆ, ਤਾਂ ਤੁਸੀਂ ਤੁਹਾਡੇ ਕੋਲੇ ਗੂਗਲ ਫਾਰਮ ਹੋਊਗਾ, ਨਹੀਂ ਤੁਸੀਂ WhatsApp ਤੋਂ ਮੰਗਾ ਲਿਓ ਕਰਕੇ, ਉਹ ਤੁਹਾਨੂੰ ਬਹੁਤ ਹੈਲਪ ਕਰੂਗਾ। ਤੇ ਉਸ ਤੋਂ ਬਾਅਦ ਵੀ ਜੇ ਕੋਈ ਫਾਈਨੈਂਸ਼ੀਅਲ ਬਰਡਨ ਹੈਗੀ, ਯੂ ਕੈਨ ਟਾਕ ਟੂ, ਤੁਸੀਂ ਤਰੱਕੀ ਦੇ WhatsApp ਹੈਲਪਲਾਈਨ ਨੰਬਰ ਤੇ ਗੱਲ ਕਰ ਸਕਦੇ ਹੋ। ਪਹਿਲੀ ਚੀਜ਼ ਤਾਂ ਇਹ ਆ, ਤੁਹਾਨੂੰ ਬਿਲਕੁਲ ਵੀ ਪੈਸਿਆਂ ਕਰਕੇ ਪੜ੍ਹਾਈ ਨਾਲ ਕੰਪਰੋਮਾਈਜ਼ ਕਰਨ ਦੀ ਜ਼ਰੂਰਤ ਨਹੀਂ ਗੀ। ਦੂਸਰੀ ਚੀਜ਼ ਕਿ ਤੁਸੀਂ ਬ੍ਰਾਂਚ ਕਿਹੜੀ ਲੈਣੀ ਆ। ਹੁਣ ਬ੍ਰਾਂਚ ਦੇ ਵਿੱਚ 5-6 ਤਰ੍ਹਾਂ ਦੀਆਂ ਮੇਨ ਬ੍ਰਾਂਚਸ ਹੁੰਦੀਆਂ ਆਮ ਤੌਰ ਤੇ, ਜਿਹਨੂੰ ਆਪਾਂ 3 ਕਲਸਟਰਸ ਦੇ ਵਿੱਚ ਡਿਵਾਈਡ ਕਰ ਸਕਦੇ ਹਾਂ। ਪਹਿਲਾ ਕਲਸਟਰ ਹੈਗਾ, ਜੇ ਤੁਸੀਂ ਕਿਸੇ MNC ਸੌਫਟਵੇਅਰ ਕੰਪਨੀ 'ਚ ਕੰਮ ਕਰਨਾ ਚਾਹੁੰਦੇ ਹੋ, ਜਿਵੇਂ ਜੇ ਤੁਸੀਂ ਕਦੇ ਡ੍ਰੀਮ ਲਿਆ ਹੋਵੇ ਕਿ ਮੈਂ ਮਾਈਕਰੋਸਾਫਟ 'ਚ ਕੰਮ ਕਰਨਾ, ਗੂਗਲ 'ਚ ਕੰਮ ਕਰਨਾ, ਜਾਂ ਕਿਸੇ ਸਟਾਰਟਅਪ 'ਚ ਕੰਮ ਕਰਨਾ, ਜਾਂ ਫਿਰ TCS, ਇਨਫੋਸਿਸ ਇਦਾਂ ਦੀਆਂ ਕੰਪਨੀਆਂ 'ਚ ਕੰਮ ਕਰਨਾ, ਤਾਂ ਤੁਸੀਂ ਕੰਪਿਊਟਰ ਸਾਇੰਸ, IT ਜਾਂ ਇਲੈਕਟ੍ਰੋਨਿਕਸ, ਇਹ ਤਿੰਨਾਂ 'ਚੋਂ ਕੋਈ ਇੱਕ ਬ੍ਰਾਂਚ ਲੈ ਸਕਦੇ ਹੋ। ਇਹ ਤਿੰਨੇ ਇੱਕ ਕਲਸਟਰ ਦੇ ਵਿੱਚ ਹੈਗੇ ਜਿਹੜੇ MNC 'ਚ ਤੁਹਾਨੂੰ ਲਿਆਉਂਦੀਆਂ। ਜੇ ਤੁਸੀਂ ਗਵਰਨਮੈਂਟ ਜੌਬ ਕਰਨ ਦੇ ਐਸਪੀਰੈਂਟ ਹੈਗੇ ਹੋ ਕਿ ਅਸੀਂ SDO ਬਣਨਾ, JE ਬਣਨਾ, ਤਾਂ ਉਹਦੇ ਲਈ ਫਿਰ ਤੁਸੀਂ ਇਲੈਕਟ੍ਰੀਕਲ ਤੇ ਸਿਵਲ, ਇਹ 2 ਬ੍ਰਾਂਚਸ ਜ਼ਿਆਦਾ ਯੂਜ਼ਫੁਲ ਹੁੰਦੀਆਂ। ਬਾਕੀਆਂ ਨੂੰ ਗਵਰਨਮੈਂਟ ਜੌਬ ਮਿਲ ਜਾਂਦੀ ਹੈ, ਪਰ ਇਹ 2 ਬ੍ਰਾਂਚਸ ਦੇ ਵਿੱਚ ਟੈਕਨੀਕਲ ਜਿਹੜੀਆਂ ਜੌਬ ਦੇ ਗਵਰਨਮੈਂਟ ਦੀ ਉਹ ਜ਼ਿਆਦਾ ਨਿਕਲਦੀਆਂ। ਤੇ ਜੇ ਤੁਸੀਂ ਆਟੋਮੋਬਾਈਲ 'ਚ ਜਾਣਾ ਚਾਹੁੰਦੇ ਹੋ, ਮੈਨੂਫੈਕਚਰਿੰਗ ਇੰਡਸਟਰੀ ਜਾਣਾ ਚਾਹੁੰਦੇ ਹੋ, ਜਾਂ ਫਿਰ ਤੁਸੀਂ ਜਿਵੇਂ ਬੋਇੰਗ ਆ ਜਾਂ ਇਸ ਤਰ੍ਹਾਂ ਦੀਆਂ ਵੱਡੀਆਂ ਕੰਪਨੀ ਜਿਹੜੀਆਂ ਕੁਝ ਮੈਨੂਫੈਕਚਰ ਕਰ ਰਹੀਆਂ ਐਕਚੁਅਲੀ, ਜਾਂ ਮਸ਼ੀਨਰੀ ਬਣਾ ਰਹੀਆਂ, ਉੱਥੇ ਜਾਣਾ ਚਾਹੁੰਦੇ ਹੋ, ਫਿਰ ਮਕੈਨੀਕਲ ਇੰਜੀਨੀਅਰਿੰਗ ਤੁਹਾਡੇ ਲਈ ਬਹੁਤ ਵਧੀਆ ਆ। ਡਿਜ਼ਾਈਨ ਦੇ ਵਿੱਚ ਜਾਣਾ ਚਾਹੁੰਦੇ ਹੋ ਤਾਂ ਵੀ ਮਕੈਨੀਕਲ ਇੰਜੀਨੀਅਰਿੰਗ ਵਧੀਆ ਆ। ਤਾਂ ਇਹ ਤੁਸੀਂ ਆਪਣੇ ਇੰਟਰਸਟ ਦੇ ਹਿਸਾਬ ਨਾਲ ਦੇਖਣਾ। ਇੱਕ ਹੋਰ ਚੀਜ਼ ਹੈ, ਤੁਸੀਂ ISRO ਜਾਂ ਕਿਸੇ ਰਿਸਰਚ ਆਰਗੇਨਾਈਜੇਸ਼ਨ 'ਚ ਜਾਣਾ ਚਾਹੁੰਦੇ ਹੋ, ਜਿਵੇਂ DRDO ਹੈਗੀ ਆ ਇੰਡੀਅਨ ਗਵਰਨਮੈਂਟ ਦੀ, ISRO ਹੈਗੀ ਜਿਵੇਂ ਸਪੇਸ ਰਿਸਰਚ ਆਰਗੇਨਾਈਜੇਸ਼ਨ NASA ਦਾ ਕਾਊਂਟਰ ਪਾਰਟ ਇੰਡੀਆ ਦੇ ਵਿੱਚ, ਉਹਦੇ ਵਿੱਚ ਵੀ ਮਕੈਨੀਕਲ ਤੇ ਇਲੈਕਟ੍ਰੋਨਿਕਸ, ਇਹ 2 ਸਟਰੀਮਸ ਦੇ ਵਿੱਚ ਸਭ ਤੋਂ ਵੱਧ ਪੋਜੀਸ਼ਨਸ ਹੁੰਦੀਆਂ। ਸੋ ਤੁਸੀਂ ਇੱਦਾਂ ਆਪਣਾ ਡਿਸੀਜਨ ਲੈ ਸਕਦੇ ਹੋ। ਹਾਂਜੀ, ਸੋ ਅਗਲੇ ਬੱਚੇ ਦਾ ਕੁਐਸਚਨ ਹੈ ਕਿ ਮੈਂ ਪਹਿਲਾਂ IELTS ਕਰਨੀ ਸੀ, ਹੁਣ ਮੈਂ ਆਪਣਾ ਆਈਡੀਆ ਚੇਂਜ ਕਰ ਲਿਆ, ਬਟ ਮੈਂ ਜਿਵੇਂ 10th ਤੋਂ ਬਾਅਦ ਵੀ ਕਨਫਿਊਜ਼ ਸੀ ਮੈਂ ਕੀ ਕਰਾਂ, ਮੈਂ ਹਜੇ ਵੀ ਕਨਫਿਊਜ਼ ਆ ਕਿ ਮੈਂ ਕੀ ਕਰਾਂ। ਸੋ ਇਹ ਬੱਚਾ ਨੌਨ ਮੈਡੀਕਲ ਦਾ ਹੈ। ਸੋ ਹਾਂਜੀ, ਆਪਾਂ ਆਈ ਥਿੰਕ ਤੁਹਾਨੂੰ ਇਹ ਸੁਜੈਸਟ ਕਰਾਂਗੇ ਕਿ ਜੇ ਤੁਸੀਂ ਆਪਣਾ ਮਨ ਨਹੀਂ ਬਣਾ ਪਾ ਰਹੇ ਹੋ ਕਿ ਤੁਸੀਂ ਕੀ ਕਰਨਾ, ਤਾਂ ਤੁਸੀਂ BTech ਕਰੋ, ਕਿਉਂਕਿ ਤੁਸੀਂ BTech ਤੋਂ ਬਾਅਦ ਸਾਰੇ ਰਸਤੇ ਤੁਹਾਡੇ ਲਈ ਖੁੱਲੇ ਨੇ, ਤੁਸੀਂ ਕੁਝ ਵੀ ਚੂਜ਼ ਕਰ ਸਕਦੇ ਹੋ। ਡਿਊਰਿੰਗ BTech ਯੂ ਕੈਨ ਫਿਗਰ ਆਊਟ ਕਿ ਤੁਸੀਂ ਕੀ ਕਰਨਾ। ਹਾਂਜੀ, ਜਿਵੇਂ BTech 'ਚ ਸਾਡੇ ਨਾਲ, ਸਾਨੂੰ 10 ਸਾਲ ਹੋ ਗਏ ਹੁਣ BTech ਕੀਤੀ ਨੂੰ, ਸਾਡੇ ਨਾਲ ਜਿਹੜੇ ਬੱਚੇ ਪੜ੍ਹੇ ਆ, ਮੈਂ ਹਰ ਇੱਕ ਸਟਰੀਮ ਦੇ ਵਿੱਚ ਕੁਝ ਐਗਜ਼ਾਮਪਲਸ ਤਾਂ ਜਾਣਦਾ ਹੀ ਆ। ਉਹ ਬੱਚੇ IAS IPS ਵੀ ਬਣੇ ਆ। ਇਹਨਾਂ ਦੇ ਐਗਜ਼ਾਮਪਲਸ ਨੂੰ ਜਾਣਦਾ ਜਿਹੜੇ IAS IPS ਵੀ ਹੈਗੇ ਆ। ਇਹਨਾਂ ਦੇ ਐਗਜ਼ਾਮਪਲਸ ਨੂੰ ਜਾਣਦਾ ਜਿਹੜੇ BTech ਕਰਕੇ ਕਾਰਪੋਰੇਟਸ ਕੰਮ ਕਰਦੇ ਆ। ਇੱਦਾਂ ਦੇ ਐਗਜ਼ਾਮਪਲ ਹੈ ਜਿਹੜੇ XCN SDO ਇੱਦਾਂ ਦੀਆਂ ਪੋਸਟਾਂ 'ਤੇ ਕੰਮ ਕਰਦੇ ਆ। ਪੁਲਿਸ ਦੇ ਵਿੱਚ ਹੈਗੇ ਆ, ਆਰਮੀ ਆਫੀਸਰਸ ਆ। ਤਾਂ ਤੁਸੀਂ ਬੇਸਿਕਲੀ ਰਿਸਰਚ ਦੇ ਵਿੱਚ ਹੈਗੇ ਆ, ਪ੍ਰੋਫੈਸਰਸ ਹੈਗੇ ਆ। ਸੋ BTech ਤੋਂ ਬਾਅਦ ਤੁਹਾਡੇ ਲਈ ਵਰਲਡ ਖੁੱਲ ਜਾਂਦਾ। ਤੇ BTech ਵਰਸਸ ਟ੍ਰੈਡੀਸ਼ਨਲ ਡਿਗਰੀਜ਼ ਦੇ ਵਿੱਚ ਬੈਨੀਫਿਟ ਇਹ ਆ BTech ਦਾ ਕਿ ਬੈਕਅਪ ਹੁੰਦਾ, ਹੋਰ ਕੁਝ ਨਹੀਂ ਤਾਂ ਤੁਸੀਂ ਜਿੱਥੇ ਸਾਰੇ ਬੱਚੇ ਜਾ ਕੇ ਜੌਬ ਕਰ ਰਹੇ ਆ ਉਹ ਤਾਂ ਕਰ ਸਕਦੇ ਹੋ। ਪਰ ਇੱਕ ਸਭ ਤੋਂ ਜ਼ਰੂਰੀ ਜਿਹੜਾ ਪੁਆਇੰਟ ਇੱਥੇ ਯਾਦ ਰੱਖਣ ਵਾਲਾ ਉਹ ਇਹ ਕਿ BTech ਹਮੇਸ਼ਾ ਵਧੀਆ ਕਾਲਜ ਤੇ ਕਰਨੀ ਆ। ਤੁਸੀਂ ਇਹ ਥੰਬ ਰੂਲ ਫੋਲੋ ਕਰ ਲਓ ਕਿ ਜਿਹੜੇ ਟੌਪ 10% ਕਾਲਜ ਆ ਉਹਨਾਂ ਤੋਂ BTech ਕਰਨੀ ਆ, ਉਹ ਤੋਂ ਬਾਹਰ ਨਹੀਂ ਜਾਣਾ। NIRF ਦੀ ਰੈਂਕਿੰਗ ਦੇਖ ਸਕਦੇ ਹੋ ਜਾਂ ਕੋਈ ਹੋਰ ਰੈਂਕਿੰਗਸ ਦੇਖ ਸਕਦੇ ਹੋ, ਪਰ ਟੌਪ 10% ਕਾਲਜਸ ਲਈ BTech ਕਰਨੀ ਆ। ਹਾਂਜੀ, ਪਰ NIRF ਦੀ ਰੈਂਕਿੰਗ ਜਿਹੜੀ ਹੁੰਦੀ ਹੈ ਉਹ ਇੰਡੀਆ ਲੈਵਲ ਤੇ ਹੁੰਦੀ ਹੈ, ਸੋ ਤੁਸੀਂ ਪੰਜਾਬ ਦੇ ਟੌਪ 20 ਕਾਲਜਸ ਮੇ ਵੀ ਦੇਖ ਸਕਦੇ ਹੋ। ਹਾਂਜੀ, ਸੋ ਇਹ ਬੱਚੀ ਆਈ ਥਿੰਕ ਮੈਡੀਕਲ ਦੀ ਹੈ। ਸੋ ਇਹ PAU CET ਦਾ ਐਗਜ਼ਾਮ ਦੇਣਾ ਚਾਹੁੰਦੀ ਹੈ ਐਂਡ ਉਸ ਤੋਂ ਬਾਅਦ ਇਹ ਪੁੱਛ ਰਹੇ ਨੇ ਕਿ ਬਾਇਓਟੈਕਨੋਲੋਜੀ ਜਾਂ ਫੂਡ ਟੈਕਨੋਲੋਜੀ ਦੇ ਵਿੱਚ ਅੱਗੇ ਕੀ ਸਕੋਪ ਹੁੰਦਾ ਹੈ ਤੇ ਇਸ ਫੀਲਡ ਦੇ ਲਈ ਨੀਟ ਦਾ ਐਗਜ਼ਾਮ ਦੇਣਾ ਜ਼ਰੂਰੀ ਹੈ ਜਾਂ ਨਹੀਂ। ਆਈ ਥਿੰਕ ਬਾਇਓਟੈਕਨੋਲੋਜੀ ਦੇ ਲਈ ਨੀਟ ਦਾ ਐਗਜ਼ਾਮ ਦੀ ਜ਼ਰੂਰਤ ਨਹੀਂ ਹੁੰਦੀ। ਫੂਡ ਟੈਕਨੋਲੋਜੀ ਦੇ ਲਈ PAU ਦੇ ਵਿੱਚ ਜਿੰਨੇ ਵੀ ਐਗਰੀਕਲਚਰ ਨਾਲ ਰਿਲੇਟਡ ਫੀਲਡਸ ਹੈ ਉਹਦੇ ਲਈ ਉਹਨਾਂ ਦਾ ਆਪਣਾ ਹੀ ਐਗਜ਼ਾਮ ਹੁੰਦਾ ਹੈ PAU CET, ਤੁਸੀਂ ਉਹਦੇ ਲਈ ਆਈ ਥਿੰਕ ਅਪਲਾਈ ਕਰ ਸਕਦੇ ਹੋ। ਸੋ ਬਾਇਓਟੈਕਨੋਲੋਜੀ ਐਂਡ ਫੂਡ ਟੈਕਨੋਲੋਜੀ ਦੇ ਵਿੱਚ ਡਿਫਰੈਂਸ ਕੀ ਆ? ਬਾਇਓਟੈਕਨੋਲੋਜੀ ਤੁਸੀਂ ਬੇਸਿਕਲੀ ਐਟ ਦ ਇੰਟਰਸੈਕਸ਼ਨ ਆਫ ਟੈਕਨੋਲੋਜੀ ਐਂਡ ਮੈਡੀਕਲ ਸਾਇੰਸ, ਤੇ ਫੂਡ ਟੈਕਨੋਲੋਜੀ ਜਿਹੜੀ ਹੈਗੀ ਆ ਉਹਦਾ ਆਉਣ ਵਾਲੇ ਟਾਈਮ 'ਚ ਬਹੁਤ ਜ਼ਿਆਦਾ ਸਕੋਪ ਹੋਣ ਵਾਲਾ ਆ। ਆਲਰੇਡੀ ਆਪਾਂ ਦੇਖ ਰਹੇ ਆ
ਕਿ ਫੂਡ ਕ੍ਰਾਈਸਿਸ ਵਰਲਡ ਦੇ ਵਿੱਚ ਹੈਗਾ, ਸੋ ਤੁਸੀਂ ਕਿਵੇਂ ਐਫੀਸ਼ੀਐਂਟਲੀ ਗ੍ਰੇਨ ਪ੍ਰੋਡਿਊਸ ਨੂੰ ਜਾਂ ਫਾਰਮ ਪ੍ਰੋਡਿਊਸ ਨੂੰ ਫੂਡ ਦੇ ਵਿੱਚ ਕਨਵਰਟ ਕਰ ਸਕਦੇ ਹੋ। ਸੋ ਉਹਦੇ ਨਾਲ ਰਿਲੇਟਡ ਆ ਇਹ ਦੋਵੇਂ ਫੀਲਡ ਬਹੁਤ ਵਧੀਆ ਆ, ਤੁਸੀਂ ਇਹਦੇ ਵਿੱਚ ਬੈਚਲਰਸ ਐਂਡ ਮਾਸਟਰਸ ਪਰਸਿਊ ਕਰ ਸਕਦੇ ਹੋ। ਮੈਨੂੰ ਦੱਸਿਆ ਜਾਵੇ ਕਿ ਮੈਨੂੰ ਕੋਡਿੰਗ ਸਿੱਖਣ ਦੇ ਲਈ ਕੀ ਕਰਨਾ ਚਾਹੀਦਾ ਹੈ। ਕਿ ਮੈਂ ਆਇਲਸ ਕਰਕੇ ਬਾਹਰ ਜਾਣ ਤੋਂ ਬਾਅਦ ਵਾਪਸ ਆ ਕੇ ਬੀਟੈਕ ਕਰ ਸਕਦਾ ਹਾਂ, ਕਿ ਬੀਟੈਕ ਕਰਨ ਦੇ ਨਾਲ ਮੈਂ ਬਿਜ਼ਨਸ ਲਾਈਨ ਦੇ ਵਿੱਚ ਜਾ ਸਕਦਾ ਹਾਂ, ਕਿ ਮੈਂ ਆਇਲਸ ਕਰਨ ਤੋਂ ਬਾਅਦ ਅਬਰੋਡ ਦੇ ਵਿੱਚ ਬੀਟੈਕ ਕਰ ਸਕਦਾ ਹਾਂ, ਉਸ ਦਾ ਖਰਚਾ ਕਿੰਨਾ ਹੋਵੇਗਾ। ਸੋ ਆਈ ਥਿੰਕ ਇਹ ਬਾਹਰ ਜਾਣ ਦੇ ਇੰਸਪਾਇਰਡ ਹੈ ਬੱਚਾ। ਹਾਂਜੀ, ਸੋ ਇਹ ਚੀਜ਼ ਜਿਹੜੀ ਆ ਕਿ ਆਇਲਸ ਕਰਕੇ ਇੱਕ ਵਾਰ ਤੁਸੀਂ ਜਾਣਾ ਚਾਹੁੰਦੇ ਹੋ ਫਿਰ ਵਾਪਸ ਆ ਕੇ ਬੀਟੈਕ ਕਰਨਾ ਚਾਹੁੰਦੇ ਹੋ, ਮੈਨੂੰ ਇਹ ਲੱਗਦਾ ਹੈ ਕਿ ਜਿਵੇਂ ਕਈ ਵਾਰ ਆਪਣੇ ਮਨ 'ਚ ਇੱਕ ਡ੍ਰੀਮ ਬਣ ਜਾਂਦਾ ਕਿ ਮੈਂ ਆਹ ਤਾਂ ਕਰਨਾ ਹੀ ਕਰਨਾ ਹੈ, ਇਹ ਤੋਂ ਇਲਾਵਾ ਹੋਰ ਨੈਕਸਟ ਕੀ ਕਰ ਸਕਦਾ। ਸੋ ਮੈਨੂੰ ਇਹ ਲੱਗਦਾ ਹੈ ਕਿ ਇਸ ਤਰ੍ਹਾਂ ਦੇ ਵੀ ਬੱਚੇ ਹੋਣਗੇ ਜਿਨ੍ਹਾਂ ਦੇ ਮਨ 'ਚ ਹੈਗਾ ਕਿ ਆਇਲਸ ਤਾਂ ਕਰਨੀ ਆ, ਉਹ ਤਾਂ ਬੇਸਿਕ ਹੈ, ਬਟ ਉਸ ਤੋਂ ਬਾਅਦ ਅਸੀਂ ਨੈਕਸਟ ਬੀਟੈਕ ਵੀ ਕਰਨੀ ਫੋਰ ਐਗਜ਼ਾਮਪਲ, ਤਾਂ ਤੁਹਾਨੂੰ ਬਾਹਰ ਜਾ ਕੇ ਵਾਪਸ ਆ ਕੇ ਬੀਟੈਕ ਕਰਨ ਦੀ ਜ਼ਰੂਰਤ ਨਹੀਂ ਗੀ। ਤੁਹਾਡੇ ਕੋਲ ਦੋ ਆਪਸ਼ਨ ਹੈਗੇ ਆ, ਇੱਕ ਤਾਂ ਤੁਸੀਂ ਕਿਸੇ ਬਹੁਤ ਵਧੀਆ ਯੂਨੀਵਰਸਿਟੀ ਤੋਂ ਬੀਟੈਕ ਕਰ ਸਕਦੇ ਹੋ ਜੇ ਤੁਸੀਂ ਬਾਹਰ ਜਾ ਕੇ ਬੀਟੈਕ ਕਰਨੀ ਆ, ਪਰ ਉਹਦੇ 'ਚ ਪ੍ਰੋਬਲਮ ਇਹ ਆ ਤੁਹਾਨੂੰ SAT ਦਾ ਐਗਜ਼ਾਮ ਦੇਣਾ ਪਊਗਾ। ਜੇ ਤੁਸੀਂ ਉਹ ਆਪਸ਼ਨ ਨੂੰ ਕੰਪੇਅਰ ਕਰਦੇ ਆ ਇੰਡੀਆ ਦੇ ਵਿੱਚ, ਤਾਂ ਉਸੇ ਪੱਧਰ ਦੀ ਡਿਗਰੀ ਇੰਡੀਆ 'ਚ IITs 'ਚ ਹੁੰਦੀ ਆ। ਜੇ ਆਪਾਂ IITs ਤੋਂ ਬਾਅਦ ਅੱਗੇ ਹੁੰਦੇ ਆ ਕਿ ਨੈਕਸਟ IITs 'ਚ ਮੰਨ ਲਓ ਨਹੀਂ ਸੀਟ ਮਿਲਦੀ, ਅੱਗੇ ਨੈਕਸਟ ਕੀ ਆ, ਤਾਂ ਨੈਕਸਟ ਹੈਗੀਆਂ NITs ਤੋਂ ਇਲਾਵਾ ਜਿਹੜੇ ਹੋਰ ਆਪਣੇ ਇੱਥੇ ਕਾਲਜ ਹੈਗੇ ਆ ਪੰਜਾਬ ਦੇ ਵਿੱਚ 7-8 ਸਰਕਾਰੀ ਕਾਲਜ ਜਿਹੜੇ ਆ ਗਵਰਨਮੈਂਟ ਜਾਂ ਗਵਰਨਮੈਂਟ ਏਡਡ, ਦੋਵੇਂ ਕਾਲਜਸ ਵਧੀਆ ਆ। ਸੋ 8-10 ਕਾਲਜ ਹੈਗੇ ਆ ਜਿਹੜੇ ਯੂਜ਼ਫੁਲ ਹੈ ਤੁਹਾਡੇ ਲਈ। ਤਾਂ ਮੇਰਾ ਤੁਹਾਨੂੰ ਸੁਜੈਸ਼ਨ ਇਹ ਹੋਊਗਾ ਕਿ ਜੇ ਤੁਸੀਂ ਅਬਰੋਡ ਜਾਣਾ ਹੀ ਆ ਤਾਂ ਤੁਸੀਂ ਪਹਿਲਾਂ ਬੀਟੈਕ ਕਰਕੇ 1-2 ਸਾਲ ਕੰਮ ਕਰਕੇ ਫਿਰ ਤੁਸੀਂ ਆਪਣੀ ਜਿਹੜੀ ਕੰਪਨੀ 'ਚ ਕੰਮ ਕਰਦੇ ਹੋ ਉਹਦੇ ਥਰੂ ਵੀ ਬਾਹਰ ਜਾ ਸਕਦੇ ਹੋ, ਤੁਹਾਨੂੰ ਕੋਈ ਪੈਸੇ ਖਰਚਣ ਦੀ ਜ਼ਰੂਰਤ ਨਹੀਂ। ਜਾਂ ਫਿਰ ਤੁਸੀਂ 1-2 ਸਾਲ ਕੰਮ ਕਰਕੇ ਫਿਰ ਦੁਬਾਰਾ ਇਮੀਗ੍ਰੇਟ ਹੋ ਕੇ ਜਾ ਸਕਦੇ ਹੋ, ਜਾਂ ਜੇ ਤੁਸੀਂ ਉੱਥੇ ਜਾ ਕੇ ਮਾਸਟਰਸ ਕਰਨੀ ਆ ਤੁਸੀਂ ਇੱਥੇ ਬੈਚਲਰਸ ਕਰ ਸਕਦੇ ਹੋ, ਮਾਸਟਰਸ ਜ਼ਿਆਦਾ ਸਕਾਲਰਸ਼ਿਪ ਤੁਹਾਨੂੰ ਮਿਲ ਜਾਣਗੀਆਂ। ਪਰ ਮੈਨੂੰ ਇਹ ਵੀ ਲੱਗਦਾ ਹੈ ਕਿ ਜਦੋਂ ਤੁਸੀਂ ਪੜ੍ਹਾਈ ਕਰਕੇ ਇੱਥੇ ਜੌਬ ਕਰਨ ਲੱਗ ਗਏ ਤੇ ਜਿਵੇਂ ਮੈਂ ਆ, ਮੈਨੂੰ ਵੀ ਇਹ ਲੱਗਦਾ ਸੀ ਪੜ੍ਹਾਈ ਕਰਕੇ ਜੌਬ ਕਰਕੇ ਫਿਰ ਬਾਹਰ ਜਾਵਾਂਗੇ, ਫਿਰ ਤੁਹਾਨੂੰ ਇਹ ਲੱਗਣ ਲੱਗ ਜਾਣਾ ਕਿ ਸਾਡਾ ਤਾਂ ਇੱਥੇ ਹੀ ਕੈਨੇਡਾ ਹੈ ਤੇ ਅਸੀਂ ਇੱਥੇ ਕਾਮਯਾਬ ਹਾਂ। ਸੋ ਉਹ ਵੀ ਆਪਸ਼ਨ ਹੈਗਾ ਆ, ਬਟ ਉਹਦੇ ਵਾਸਤੇ ਤੁਹਾਨੂੰ ਹੁਣ ਰਾਈਟ ਨਾਓ ਆਇਲਸ ਬਾਰੇ ਜ਼ਰੂਰਤ ਤੋਂ ਜ਼ਿਆਦਾ ਸੋਚਣ ਦੀ ਜ਼ਰੂਰਤ ਨਹੀਂ ਗੀ ਮੇਰੇ ਹਿਸਾਬ ਨਾਲ। ਪਹਿਲਾਂ ਆਪਣੀ ਬੀਟੈਕ ਕਰੋ, ਜੌਬ ਕਰੋ, ਦੈਨ ਥਿੰਕ ਅਬਾਊਟ ਇਟ। ਹਾਂਜੀ, ਸੋ ਇੱਕ ਬੱਚੇ ਦਾ ਕੁਐਸਚਨ ਹੈ ਕਿ ਮੈਂ ਲਾਇਰ ਬਣਨਾ ਚਾਹੁੰਦੀ ਹਾਂ, ਕਿ ਮੈਂ ਬੀਟੈਕ ਕਰਕੇ ਜਾਂ ਨਾਨ ਮੈਡੀਕਲ ਕਰਕੇ ਲਾਇਰ ਬਣ ਸਕਦਾ। ਤੁਸੀਂ ਡੈਫੀਨੇਟਲੀ ਬਣ ਸਕਦੇ ਹੋ। BLLB ਦੇ ਐਂਟਰੈਂਸ ਐਗਜ਼ਾਮ ਹੁੰਦੇ ਆ, ਤੁਸੀਂ ਜੇ ਦਿੱਲੀ ਯੂਨੀਵਰਸਿਟੀ ਤੋਂ ਕਰ ਸਕਦੇ ਹੋ ਕਿਉਂਕਿ ਉਹਨਾਂ ਨੇ ਬੈਸਟ ਕਾਲਜ ਵੀ ਪੁੱਛਿਆ ਹੋਇਆ। ਸੋ ਆਈ ਥਿੰਕ ਦੈਟ ਇਜ਼ ਦਾ ਬੈਸਟ ਜੇ ਤੁਸੀਂ ਉੱਥੇ ਕਰ ਸਕਦੇ ਹੋ। ਉਹਦੇ ਐਂਟਰੈਂਸ ਐਗਜ਼ਾਮ ਬਾਰੇ ਤੁਸੀਂ ਰਿਸਰਚ ਕਰ ਸਕਦੇ ਹੋ। ਦੂਸਰਾ ਹੈ ਕਿ ਤੁਸੀਂ ਬੀਟੈਕ ਕਰਕੇ LLB ਕਰਨਾ ਚਾਹੁੰਦੇ ਹੋ ਕਰ ਸਕਦੇ ਹੋ, ਤਾਂ ਉਹਦੇ ਵਿੱਚ ਤੁਸੀਂ ਤੁਹਾਨੂੰ ਟੈਕਨੋਲੋਜੀ ਵੀ ਆ ਗਈ, ਲਾਅ ਵੀ ਆ ਗਿਆ, ਤਾਂ ਤੁਸੀਂ ਕਾਰਪੋਰੇਟ ਲਾਅ ਦੇ ਵਿੱਚ ਜਾ ਕੇ ਜਾਂ ਫਿਰ ਜਿਹੜੀਆਂ ਕੰਸਲਟਿੰਗ ਕੰਪਨੀਜ਼ ਜਿੱਦਾਂ ਡੈਲੋਇਟ ਆ, KPMG ਆ, PwC ਆ, ਮੈਕਿੰਜ਼ੀ ਆ, ਇਹ ਬਹੁਤ ਵੱਡੀਆਂ ਕੰਪਨੀਆਂ ਉੱਥੇ ਕੰਮ ਕਰ ਸਕਦੇ ਹੋ ਐਜ਼ ਅ ਲਾਇਰ ਐਂਡ ਇੰਜੀਨੀਅਰ। ਹਾਂਜੀ, ਸੋ ਇਹਨਾਂ ਦਾ ਕੁਐਸਚਨ ਹੈ ਕਿ ਮੈਂ ਨਾਸਾ ਦੇ ਵਿੱਚ ਐਸਟਰੋਨੌਟ ਬਣਨਾ ਹੈ, ਪਰ ਮੈਂ ਐਰੋਸਪੇਸ ਇੰਜੀਨੀਅਰ ਵੀ ਬਣਨਾ ਹੈ ਤੇ ਮੈਂ ਇਸਰੋ ਵਿੱਚ ਲਾਂਚ ਵੀ ਜਾਣਾ ਹੈ, ਤੇ ਮੈਂ ਸਾਰਾ ਕੁਝ ਕਿਵੇਂ ਕਰ ਸਕਦੀ ਹਾਂ? ਇਹ ਸਾਰੀਆਂ ਚੀਜ਼ਾਂ ਰਿਲੇਟਡ ਆ। ਤਾਂ ਤੁਸੀਂ ਜੇ ਐਰੋਸਪੇਸ ਇੰਜੀਨੀਅਰ ਬਣਨਾ ਤਾਂ ਉਹਦੇ ਤੁਹਾਡੇ ਕੋਲ ਦੋ ਤਰੀਕੇ ਆ। ਪਹਿਲਾਂ ਤੁਸੀਂ ਐਰੋਸਪੇਸ ਜਾਂ ਐਰੋਨੌਟੀਕਲ ਇੰਜੀਨੀਅਰਿੰਗ 'ਚ ਕਿਤੇ ਐਡਮਿਸ਼ਨ ਲੈ ਲਓ, ਜਿਵੇਂ IIT ਕਾਨਪੁਰ 'ਚ ਹੈਗਾ ਆ, IIT ਬੰਬੇ 'ਚ ਹੈਗਾ, ਜਾਂ PEC 'ਚ ਹੈਗਾ, ਪੰਜਾਬ ਇੰਜੀਨੀਅਰਿੰਗ ਕਾਲਜ ਚੰਡੀਗੜ੍ਹ ਜਿੱਥੋਂ ਕਲਪਨਾ ਚਾਵਲਾ ਪੜ੍ਹੀ ਸੀ। ਜੇ ਤੁਹਾਨੂੰ ਐਰੋਨੌਟੀਕਲ ਇੰਜੀਨੀਅਰਿੰਗ 'ਚ ਐਡਮਿਸ਼ਨ ਨਹੀਂ ਮਿਲਦਾ ਐਰੋਸਪੇਸ 'ਚ, ਤਾਂ ਤੁਸੀਂ ਕਿਸੇ ਰਿਲੇਟਡ ਫੀਲਡ 'ਚ, ਕਿਸੇ ਵੀ ਫੀਲਡ 'ਚ ਤੁਸੀਂ ਮੰਨ ਲਓ ਇੰਜੀਨੀਅਰਿੰਗ ਕਰਦੇ ਆ ਤੇ ਤੁਸੀਂ ਆਪਣੀ ਮਾਸਟਰਸ ਜਿਹੜੀ ਹੈ, ਜੇ ਕਿਸੇ ਤੋਂ ਮੇਰਾ ਮਤਲਬ ਹੈ ਕਿ ਜਾਂ ਤਾਂ ਮਕੈਨੀਕਲ ਜਾਂ ਕੰਪਿਊਟਰ ਸਾਇੰਸ, ਇਹਨਾਂ ਦੋਨਾਂ 'ਚ ਤੁਸੀਂ ਬੀਟੈਕ ਕਰਦੇ ਆ, ਤੁਸੀਂ ਆਪਣੀ ਮਾਸਟਰਸ ਜਿਹੜੀ ਹੈ ਐਰੋਨੌਟੀਕਲ ਜਾਂ ਐਰੋਸਪੇਸ 'ਚ ਜਾ ਸਕਦੇ ਹੋ। ਤੇ ਉਦੋਂ ਬਾਅਦ ਇਸਰੋ ਦਾ ਐਗਜ਼ਾਮ ਹੁੰਦਾ ਆ, ਜਿਹੜਾ ਗੇਟ ਦਾ ਐਗਜ਼ਾਮ ਹੁੰਦਾ, ਉਹਨੂੰ ਗੇਟ ਕਹਿੰਦੇ ਐਗਜ਼ਾਮ ਨੂੰ। 3rd ਈਅਰ ਜਾਂ ਫਾਈਨਲ ਈਅਰ 'ਚ ਐਗਜ਼ਾਮ ਦੇ ਕੇ ਤੁਸੀਂ ਇਸਰੋ ਦੇ ਵਿੱਚ ਸਾਇੰਟਿਸਟ ਬਣ ਸਕਦੇ ਹੋ। ਜੋ ਤੁਸੀਂ ਸਾਇੰਟਿਸਟ ਬਣ ਕੇ ਫਿਰ ਤੁਸੀਂ ਪੋਸਟ ਗ੍ਰੈਜੂਏਸ਼ਨ ਕਰਨ ਲਈ ਜਾ ਸਕਦੇ ਹੋ USA, ਤੁਸੀਂ ਨਾਸਾ ਜਾਣਾ ਫੋਰ ਐਗਜ਼ਾਮਪਲ। ਬਹੁਤ ਸਾਰੇ ਇਦਾਂ ਦੇ ਇੱਥੋਂ ਦੇ ਆਪਣੇ ਪੰਜਾਬ ਦੇ ਕਾਲਜਸ ਦੇ ਬੱਚੇ ਪੜ੍ਹੇ ਹੋਏ ਹੈਗੇ ਆ, ਮਤਲਬ ਉਹ ਹੁਣ ਆਪਣੀ 40s ਦੇ ਵਿੱਚ ਆ, ਉਹ ਨਾਸਾ 'ਚ ਕੰਮ ਕਰਦੇ ਇਦਾਂ ਦੇ ਹੈਗੇ ਆ। ਸੋ ਰੋਬੋਟਿਕਸ ਤੁਸੀਂ ਜਾ ਸਕਦੇ ਹੋ, ਕਿ ਬਹੁਤ ਸਾਰੇ ਫੀਲਡ ਹੈ। ਤੇ ਤੁਸੀਂ ਜਦੋਂ ਉੱਥੇ ਪਹੁੰਚ ਗਏ ਫਿਰ ਐਸਟਰੋਨੌਟ ਬਣਨਾ, ਉਹ ਤੁਹਾਨੂੰ ਉੱਥੇ ਜਾ ਕੇ ਜਦੋਂ ਤੁਸੀਂ ਨਾਸਾ 'ਚ ਪਹੁੰਚ ਗਏ ਤਾਂ ਫਿਰ ਪ੍ਰੋਸੈਸ ਤੋਂ ਪਤਾ ਲੱਗਦੀ ਹੈ। ਆਪਟਿਮਿਸਟਿਕ ਰਹਿਣਾ ਤੇ ਮਿਹਨਤ ਕਰਦੇ ਰਹਿਣਾ, ਫਿਰ ਤੁਸੀਂ ਪਹੁੰਚ ਜਾਓਗੇ। ਇੱਕ ਬੱਚੀ ਦਾ ਕੁਐਸਚਨ ਹੈ ਕਿ ਮੈਂ ਇੰਜੀਨੀਅਰਿੰਗ ਕਰਨੀ ਹੈ, ਬਟ ਇੰਜੀਨੀਅਰਿੰਗ ਲਈ ਲੋ ਕਾਸਟ ਐਡਮਿਸ਼ਨ ਕਿੱਥੇ ਮਿਲਦੀ ਹੈ?
So there is, I think, nothing called as low cost admission, but different scholarships ਹੁੰਦੀਆਂ ਹੈ। ਜਿਵੇਂ ਕਿ ਆਪਾਂ ਨੂੰ ਲੱਗਦਾ ਕਿ ਆਪਾਂ ਜਨਰਲ ਕੈਟੇਗਰੀ ਦੇ ਕੈਂਡੀਡੇਟ ਆ, ਸਾਡੇ ਲਈ ਕੋਈ ਸਕਾਲਰਸ਼ਿਪ ਨਹੀਂ ਹੋਏਗੀ, ਬਟ ਸਟੇਟ ਗਵਰਨਮੈਂਟ ਦੀ ਸਕਾਲਰਸ਼ਿਪ ਹੈ which is called as tuition fee waiver seats। ਉਹਦੇ ਵਿੱਚ 5 ਸੀਟਸ ਹਰ ਬ੍ਰਾਂਚ ਦੇ ਵਿੱਚ ਹੁੰਦੀਆਂ ਨੇ। So top 5% which is generally 5 seats, ਤੇ ਉਹਦੇ ਵਿੱਚੋਂ ਤੁਸੀਂ ਜੇ ਟੌਪ 5 ਬੱਚੇ ਹੈਗੇ ਹੋ ਤਾਂ ਤੁਸੀਂ ਉਹਦੇ ਵਿੱਚ ਆਈ ਥਿੰਕ ਅਰਾਊਂਡ 20% ਦੀ ਫੀਸ ਤੁਹਾਡੀ ਲੱਗਦੀ ਹੈ, 20 to 25% ਫੀਸ ਤੁਹਾਡੀ ਲੱਗਦੀ ਹੈ। ਜੇ 1 ਲੱਖ ਰੁਪਏ ਫੀਸ ਹੈ ਤਾਂ ਤੁਹਾਡੀ 20 ਤੋਂ 25,000 ਰੁਪਏ ਸਾਲ ਦੀ ਫੀਸ ਲੱਗੇਗੀ। ਤਾਂ ਉਹਦੇ ਲਈ this you can consider it as low cost admission। ਜੇ ਤੁਸੀਂ ਰਿਜ਼ਰਵ ਕੈਟੇਗਰੀ ਦੇ ਹੋ, SC ST ਕਾਸਟ ਤੋਂ ਬਿਲੋਂਗ ਕਰਦੇ ਹੋ ਤਾਂ ਤੁਹਾਡੀ 90,000 ਤੱਕ ਸਕਾਲਰਸ਼ਿਪ ਗਵਰਨਮੈਂਟ ਵੱਲੋਂ ਆਉਂਦੀ ਹੈ। ਜੇ ਤੁਸੀਂ ਸਿੰਗਲ ਗਰਲ ਚਾਈਲਡ, ਉਹਨਾਂ ਦੀ ਡਿਫਰੈਂਟ ਸਕਾਲਰਸ਼ਿਪਸ ਹੁੰਦੀਆਂ ਹੈ। ਗਰਲਸ ਦੇ ਲਈ ਪ੍ਰਗਤੀ ਸਕਾਲਰਸ਼ਿਪ ਹੈਗੀ ਹੈ, ਨਿਸ਼ਕਾਮ ਦੀ ਸਕਾਲਰਸ਼ਿਪ ਹੈ ਜਨਰਲ ਕੋਟਾ ਕੈਂਡੀਡੇਟਸ ਦੀ, ਤਰੱਕੀ ਦੀ ਤਾਂ ਡੈਫੀਨੇਟਲੀ ਹੈਗੀ ਹੈ। ਅਖੰਡ ਕੀਰਤੀ ਜੱਥਾ ਸਕਾਲਰਸ਼ਿਪ ਹੈ। ਸੋ ਅਲੋਟ ਆਫ ਸਕਾਲਰਸ਼ਿਪਸ ਆਰ ਦੇਅਰ। ਤੁਸੀਂ ਐਡਮਿਸ਼ਨ ਫੀਸ ਤੁਹਾਡੀ ਅਪ ਟੂ ਆਈ ਥਿੰਕ 90% ਤੱਕ ਵੀ ਕੱਟ ਸਕਦੇ ਹੋ ਡਿਪੈਂਡਿੰਗ ਅਪਨ ਯੋਰ ਐਲੀਜੀਬਿਲਿਟੀ ਆਫ ਦ ਸਕਾਲਰਸ਼ਿਪ। ਹਾਂਜੀ, ਨੈਕਸਟ ਕੁਐਸਚਨ ਹੈ ਸਰ, ਮੈਂ 1 ਈਅਰ ਡ੍ਰੌਪ ਕਰਕੇ JEE ਦਾ ਐਗਜ਼ਾਮ ਕਲੀਅਰ ਕਰਨਾ ਚਾਹੁੰਦਾ, ਕੀ ਇਹ ਮੇਰੇ ਲਈ ਡਿਸੀਜਨ ਠੀਕ ਹੋਏਗਾ? which is best college of mechanical engineering? या तो मैं मैकेनिकल इंजीनियरिंग करना चाहना या मैं अपना एक बिजनेस एम्पायर खड़ा करना चाहता। JEE ਦੀ ਤਿਆਰੀ ਮੈਂ ਕਿੱਥੋਂ ਕਰ ਸਕਦਾ? which is the best skill for job? ਸੋ ਪਹਿਲੀ ਚੀਜ਼, ਤੁਸੀਂ ਡ੍ਰੌਪ ਕਰਨ ਬਾਰੇ ਜਿਹੜਾ ਮੇਰਾ ਸੁਜੈਸ਼ਨ ਹੁੰਦਾ, ਹਾਲਾਂਕਿ ਪਰਸਨਲ ਚੋਇਸ ਆ ਹਰ ਇੱਕ ਦੀ, ਡ੍ਰੌਪ ਕਰਨ ਬਾਰੇ ਮੈਨੂੰ ਲੱਗਦਾ ਸਿਰਫ ਉਹੀ ਸੋਚਣਾ ਚਾਹੀਦਾ ਜਦੋਂ ਤੁਸੀਂ ਲੈਟਸ ਸੇ ਇਸ ਵਾਰੀ ਥੋੜੇ ਜਿਹੇ ਮਾਰਕਸ ਤੋਂ IIT ਜਾਣੋ ਰਹਿ ਗਏ। ਫੋਰ ਐਗਜ਼ਾਮਪਲ ਤੁਹਾਨੂੰ ਲੱਗਦਾ ਕਿ ਅਗਲੇ ਸਾਲ IIT 'ਚ ਪਹੁੰਚ ਹੀ ਜਾਵਾਂਗੇ ਥੋੜੀ ਹੋਰ ਮਿਹਨਤ ਕਰਕੇ। ਮੰਨ ਲਓ ਤੁਹਾਨੂੰ 99% 98% ਚਾਹੀਦੇ ਸੀਗੇ, ਤੁਹਾਡੇ ਆਏ 93% ਤੇ ਤੁਸੀਂ IIT 'ਚ ਨਹੀਂ ਐਡਮਿਸ਼ਨ ਮਿਲਿਆ, ਤਾਂ ਤੁਸੀਂ ਤਾਂ ਲੱਗਦਾ ਅਗਲੇ ਸਾਲ ਕਰ ਲਾਂਗੇ, ਫਿਰ ਠੀਕ ਹੈ। ਅਦਰਵਾਈਜ਼ ਜੇ ਤੁਸੀਂ ਹੁਣ ਵਧੀਆ ਕਾਲਜ ਐਡਮਿਸ਼ਨ ਲੈ ਲੈਂਦੇ ਹੋ ਤਾਂ ਉਹੀ ਤੁਹਾਡਾ 1 ਸਾਲ ਬਚੂਗਾ। ਜੇ ਤੁਸੀਂ ਇੰਡਸਟਰੀ ਜਾਂਦੇ ਹੋ ਨਾ, ਸਾਲ 2 ਸਾਲਾਂ ਬਾਅਦ ਜਾਂ 3 ਸਾਲਾਂ ਬਾਅਦ ਜੇ ਤੁਸੀਂ IIT ਨੂੰ ਛੱਡ ਦਿਓ, ਬਾਕੀ ਕਾਲਜਸ ਦੇਖੋ, ਤਾਂ 2-3 ਸਾਲਾਂ ਬਾਅਦ ਤੁਸੀਂ ਸਾਰੇ ਸੇਮ ਲੈਵਲ ਤੇ ਕੰਮ ਕਰ ਰਹੇ ਨੇ, ਈਵਨ IITs ਵੀ ਕੁਝ ਸਾਲਾਂ ਬਾਅਦ। ਸੋ ਜੇ ਤੁਹਾਨੂੰ ਵਧੀਆ ਕਾਲਜ ਮਿਲਦਾ ਹੈ ਤਾਂ ਤੁਸੀਂ ਹੁਣੇ ਸ਼ੁਰੂ ਕਰ ਦਿਓ। ਜੇ ਤੁਹਾਨੂੰ ਲੱਗਦਾ ਕਿ ਬਹੁਤ ਹੀ ਜ਼ਿਆਦਾ ਨੇੜੇ ਆ IIT ਪਹੁੰਚਣ ਦੇ, ਫਿਰ ਤੁਸੀਂ ਕੰਸੀਡਰ ਕਰ ਸਕਦੇ ਹੋ। ਜਿਹੜੀ ਤਿਆਰੀ ਆ ਉਹ ਅਗੇਨ ਬੱਚਿਆਂ ਤੇ ਡਿਪੈਂਡ ਕਰਦਾ। ਜੇ ਤੁਹਾਨੂੰ ਪਰਸਨਲ ਅਟੈਂਸ਼ਨ ਚਾਹੀਦੀ ਆ ਤਾਂ ਤੁਸੀਂ ਕੋਈ ਟੀਚਰਸ ਇੱਦਾਂ ਦੇ ਲੱਭ ਸਕਦੇ ਹੋ ਜਿਹੜੇ ਤੁਹਾਨੂੰ ਪਰਸਨਲ ਕੋਚਿੰਗ ਦੇ ਸਕਣ, ਜਿਹੜੇ ਜਿਵੇਂ ਟਿਊਸ਼ਨ ਆਪਾਂ ਕਹਿੰਦੇ ਆ, ਸਬਜੈਕਟ ਵਾਈਜ਼ ਕੋਚਿੰਗ ਹੈ ਨਾ, ਜਿਨ੍ਹਾਂ ਨੇ ਪਹਿਲਾਂ IIT ਤਿਆਰੀ ਕਰਾਈ ਹੋਵੇ। ਜੇ ਤੁਹਾਨੂੰ ਲੱਗਦਾ ਕਿ ਤੁਹਾਨੂੰ ਸਟਰਕਚਰਡ ਕੰਪੀਟੀਟਿਵ এনवायरमेंट ਚਾਹੀਦਾ, ਤੁਸੀਂ ਕਿਸੇ ਇੰਸਟੀਚਿਊਟ 'ਚ ਤਿਆਰੀ ਕਰ ਸਕਦੇ ਹੋ, ਬਹੁਤ ਸਾਰੇ ਹੈਗੇ ਇੱਥੇ ਆਪਣੇ ਚੰਡੀਗੜ੍ਹ, ਕੋਟਾ ਹੈਗੇ ਆ। ਜੇ ਤੁਹਾਨੂੰ ਲੱਗਦਾ ਕਿ ਤੁਸੀਂ ਸੈਲਫ ਪ੍ਰਿਪੇਅਰ ਕਰ ਸਕਦੇ ਹੋ, ਫਿਰ ਤੁਸੀਂ ਆਨਲਾਈਨ ਉਹਦੇ ਨਾਲ ਤੁਸੀਂ ਟੈਸਟ ਸੀਰੀਜ਼ ਜੁਆਇਨ ਕਰ ਸਕਦੇ ਹੋ। ਜਿਵੇਂ ਜੇ ਤੁਸੀਂ ਕੰਸੀਡਰ ਕਰ ਰਹੇ ਹੋ ਡ੍ਰੌਪ ਕਰਨਾ, ਤਾਂ ਟੈਸਟ ਸੀਰੀਜ਼ ਦੇ ਵਿੱਚ ਇਹ ਹੈ ਕਿ ਤੁਸੀਂ ਹਰ 5 ਹਫ਼ਤਿਆਂ ਬਾਅਦ ਇੱਕ ਟੈਸਟ ਦੋਗੇ। ਪੂਰੇ ਇੰਡੀਆ 'ਚੋਂ 40-50 ਬੱਚੇ ਦਿੰਦੇ, ਤੁਹਾਨੂੰ ਆਪਣਾ ਆਈਡੀਆ ਲੱਗ ਜੂਗਾ ਕਿੱਥੇ ਸਟਾਰਟ ਕਰਦੇ ਹੋ। ਮਕੈਨੀਕਲ ਇੰਜੀਨੀਅਰਿੰਗ ਦੇ ਵਿੱਚ ਜੇ ਆਪਾਂ ਇੱਥੇ ਪੰਜਾਬ 'ਚ ਵੇਖੀਏ ਨੇੜੇ ਤਾਂ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਲੁਧਿਆਣਾ, ਪੰਜਾਬ ਇੰਜੀਨੀਅਰਿੰਗ ਕਾਲਜ ਚੰਡੀਗੜ੍ਹ, ਜਿਹੜੀਆਂ ਯੂਨੀਵਰਸਿਟੀਜ਼ ਹੈਗੀਆਂ ਆਪਣੀਆਂ GNDU ਅੰਮ੍ਰਿਤਸਰ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ, MRS PTU ਬਠਿੰਡਾ, ਇਹ ਸਾਰੇ ਵਧੀਆ ਕਾਲਜ ਹੈਗੇ ਆ। NIT ਜਲੰਧਰ ਹੈਗੀ ਆ, ਮੈਂ ਹੋ ਸਕਦਾ ਇੱਕ ਅੱਧਾ ਵਧੀਆ ਕਾਲਜ ਮਿਸ ਕਰ ਜਾਵਾਂ। IIT ਰੋਪੜ ਆਫ ਕੋਰਸ IIT ਹੈਗੀ ਆ। ਤਾਂ ਇਹ 2-4 ਹੋਰ ਵਧੀਆ ਕਾਲਜ ਵੀ ਹੈਗੇ ਆ, ਮੈਂ ਸ਼ਾਇਦ ਨਾਮ ਲੈਣਾ ਮਿਸ ਕਰ ਗਿਆ ਹਾਂ। ਥਾਪਰ ਇਜ਼ ਆਲਸੋ ਥਾਪਰ ਯੂਨੀਵਰਸਿਟੀ ਆਲਸੋ ਗੁੱਡ, ਵੇਵਰ ਤੱਕ ਜਾ ਸਕਦੇ ਹੋ। ਸੋ ਇਹ ਆ ਜੌਬ ਕਰਨ ਲਈ ਸਕਿੱਲ ਜਿਹੜੀ ਤੁਹਾਨੂੰ ਚਾਹੀਦੀ ਉਹ ਪ੍ਰੋਬਲਮ ਸੋਲਵਿੰਗ ਸਕਿੱਲ ਚਾਹੀਦੀ ਆ। ਤੁਸੀਂ ਪ੍ਰੋਬਲਮ ਸੋਲਵਰ ਹੈਗੇ ਹੋ, ਚਾਹੇ ਤੁਸੀਂ ਕੰਪਿਊਟਰ ਸਾਇੰਸ ਤੋਂ, ਮਕੈਨੀਕਲ ਤੋਂ, ਯੂ ਵਿਲ ਐਕਸਲ ਇਨ ਯੂਰ ਜੌਬ। ਹਾਂਜੀ, ਇਹਨਾਂ ਦਾ ਕੋਈ ਸਵਾਲ ਨਹੀਂ ਹੈ, ਬਟ ਇਹਨਾਂ ਨੇ ਆਪਣਾ ਐਕਸਪੀਰੀਅੰਸ ਸ਼ੇਅਰ ਕੀਤਾ। ਇਹਦੇ ਵਿੱਚ ਇਹਨਾਂ ਨੇ ਮੈਂਸ਼ਨ ਕੀਤਾ ਕਿ ਬੀਟੈਕ ਦੀ ਫੀਸ ਬਹੁਤ ਜ਼ਿਆਦਾ ਹੈ, 7-8 ਲੱਖ, ਜਿਹੜੀ ਕਿ ਆਈ ਥਿੰਕ ਅਜ਼ੰਪਸ਼ਨ ਹੈ। ਕਿਉਂਕਿ ਜੇ ਆਪਾਂ GNE ਦੀ ਗੱਲ ਕਰੀਏ ਜਾਂ ਕਿਸੇ ਵੀ ਹਾਂਜੀ ਗਵਰਨਮੈਂਟ ਜਾਂ ਗਵਰਨਮੈਂਟ ਏਡਡ ਕਾਲਜਸ ਦੀ ਗੱਲ ਕਰੀਏ, ਅਪਾਰਟ ਫਰਮ ਥਾਪਰ ਇਜ਼ ਨਾਟ ਗਵਰਨਮੈਂਟ ਏਡਡ, ਸੋ ਯਾ ਦ ਫੀਸ ਇਜ਼ ਅਰਾਊਂਡ 1 ਲੱਖ ਰੁਪੀਸ ਪਰ ਈਅਰ, ਜਿਹੜਾ ਕਿ 4 ਲੱਖ ਰੁਪਏ 4 ਸਾਲ ਦਾ ਹੁੰਦਾ ਡੇ ਸਕਾਲਰ ਦੀ। ਹੌਸਟਲ ਦਾ ਮਿਲਾਵਾਂਗੇ ਜੇ ਆਪਾਂ ਤਾਂ ਆਈ ਥਿੰਕ ਫਿਰ 1.5 ਲੱਖ ਰੁਪਏ ਹੋ ਜਾਂਦਾ ਸਾਲ ਦਾ। ਸੋ ਇਟ ਕਮਸ ਆਊਟ ਟੂ ਬੀ ਅਰਾਊਂਡ 6 lakhs। ਉਹਦੇ ਵਿੱਚ ਤੁਹਾਨੂੰ ਸਕਾਲਰਸ਼ਿਪਸ ਵੀ ਡੈਫੀਨੇਟਲੀ ਮਿਲ ਜਾਂਦੀਆਂ ਨੇ। ਸੋ ਆਈ ਥਿੰਕ ਤੁਹਾਡੀ 3 ਲੱਖ ਤੱਕ ਆਰਾਮ ਨਾਲ ਡਿਗਰੀ ਹੋ ਸਕਦੀ ਹੈ ਐਟ ਮੈਕਸ। ਜੇ ਤੁਸੀਂ ਵੱਧ ਸਕਾਲਰਸ਼ਿਪਸ ਲੈ ਪਾ ਰਹੇ ਹੋ ਤੇ ਫਿਰ ਤੁਹਾਡੀ 1 ਤੋਂ 1.5 ਲੱਖ ਦੇ ਵਿੱਚ ਵੀ ਡਿਗਰੀ ਹੋ ਸਕਦੀ ਹੈ। ਜੇ ਤੁਹਾਡੀ ਇਨਕਮ ਦੇ ਅਕੋਰਡਿੰਗ ਤੁਹਾਨੂੰ ਲੱਗਦਾ ਕਿ ਫੀਸ ਬਹੁਤ ਜ਼ਿਆਦਾ ਆ, ਤਾਂ ਤੁਸੀਂ ਆਪਣੀ ਇਨਕਮ ਨੂੰ ਜੇ ਪ੍ਰੂਵ ਕਰ ਸਕਦੇ ਹੋ, ਆਫ ਕੋਰਸ ਆਪਾਂ ਕਰ ਹੀ ਸਕਦੇ ਹਾਂ ਨਾ, ਤਾਂ ਤੁਹਾਨੂੰ ਸਕਾਲਰਸ਼ਿਪਸ ਮਿਲ ਜਾਂਦੀਆਂ। ਤੁਹਾਨੂੰ ਕੰਪਰੋਮਾਈਜ਼ ਕਰਨ ਦੀ ਜ਼ਰੂਰਤ ਨਹੀਂ ਪੈਂਦੀ। ਜਿੰਨੇ ਬੱਚੇ ਪੜ੍ਹਦੇ ਆ ਤੇ ਜਿੰਨੀਆਂ ਸਕਾਲਰਸ਼ਿਪਸ ਜਿਹੜੇ ਬੱਚੇ ਡਿਜ਼ਰਵਿੰਗ ਆ ਉਹਨਾਂ ਤੋਂ ਜ਼ਿਆਦਾ ਆ ਅਵੇਲੇਬਲ।
ਕਈ ਵਾਰੀ ਜਾਣਕਾਰੀ ਨਹੀਂ ਹੁੰਦੀ ਤਾਂ ਉਹਦੇ ਵਾਸਤੇ ਤੁਸੀਂ ਤਰੱਕੀ WhatsApp ਹੈਲਪਲਾਈਨ ਤੋਂ ਵੀ ਹੈਲਪ ਲੈ ਸਕਦੇ ਹੋ ਤੇ ਆਪ ਵੀ ਰਿਸਰਚ ਕਰ ਸਕਦੇ ਹੋ। ਹਾਂਜੀ, ਸੋ ਇਹ ਕਹਿ ਰਹੇ ਨੇ ਕਿ ਮੈਂ IPS ਆਫਿਸਰ ਬਣਨਾ ਹੈ, ਬਟ ਮੇਰੇ ਮੰਮਾ ਚਾਹੁੰਦੇ ਨੇ ਕਿ ਮੈਂ ਇੱਕ ਚੰਗੀ ਯੂਨੀਵਰਸਿਟੀ ਦੇ ਵਿੱਚ ਐਡਮਿਸ਼ਨ ਲਵਾਂ। ਮੇਰਾ ਏਮ ਤਾਂ ਫਿਕਸ ਹੈ, ਬਟ ਮੈਨੂੰ ਇਹ ਨਹੀਂ ਪਤਾ ਕਿ ਕਿਹੜੀ ਗ੍ਰੈਜੂਏਸ਼ਨ ਮੈਨੂੰ ਹੈਲਪ ਕਰੇਗੀ। BA ਵੀ ਠੀਕ ਹੈ ਤੇ ਮੈਂ ਟਾਈਕਵਾਂਡੋ ਪਲੇਅਰ ਵੀ ਹਾਂ। ਸੋ ਅਨਦਰ ਥਿੰਗ ਇਜ਼ ਦੇ ਆਰ ਸੇਇੰਗ ਥੈਂਕ ਯੂ, ਤੁਸੀਂ ਬਹੁਤ ਵਧੀਆ ਸੈਸ਼ਨ ਦਿੱਤਾ। ਹਾਂਜੀ, ਸੋ ਗ੍ਰੈਜੂਏਸ਼ਨ। ਸੋ ਤੁਹਾਡੇ ਮਦਰ ਦੀ ਤੇ ਤੁਹਾਡੀ ਐਸਪੀਰੇਸ਼ਨ ਬਿਲਕੁਲ ਅਲਾਈਨ ਕਰਦੀ ਆ। ਤੁਹਾਨੂੰ IAS ਬਣਨਾ ਜਾਂ ਫਿਰ ਵਧੀਆ ਯੂਨੀਵਰਸਿਟੀ ਜਾਣਾ, ਦੋਵਾਂ ਚੋਂ ਇੱਕ ਚੀਜ਼ ਚੂਜ਼ ਕਰਨ ਦੀ ਜ਼ਰੂਰਤ ਨਹੀਂ ਹੈਗੀ। ਤੁਸੀਂ ਦੋਵੇਂ ਚੀਜ਼ਾਂ ਕਰ ਸਕਦੇ ਹੋ, ਕਿਉਂਕਿ ਐਨੀਵੇਜ਼ ਤੁਹਾਨੂੰ UPSC ਲਈ ਗ੍ਰੈਜੂਏਸ਼ਨ ਤਾਂ ਕਰਨੀ ਪਊਗੀ, ਰਾਈਟ? ਤੁਸੀਂ ਨਾਨ ਮੈਡੀਕਲ ਤੋਂ ਪੜ੍ਹਾਈ ਕੀਤੀ ਆ, ਤੁਸੀਂ ਕਿਸੇ ਵਧੀਆ ਕਾਲਜ 'ਚ ਐਡਮਿਸ਼ਨ ਲਓ। ਜੇ ਤੁਸੀਂ JEE ਐਗਜ਼ਾਮ ਦਿੱਤਾ ਹੋਇਆ ਤਾਂ ਤੁਸੀਂ IITs ਦੇ ਵਿੱਚ ਐਲੀਜੀਬਲ ਹੈਗੇ ਹੋ, ਤੁਸੀਂ ਆਫ ਕੋਰਸ ਉੱਥੇ ਜਾ ਸਕਦੇ ਹੋ। ਨਹੀਂ ਤਾਂ ਤੁਸੀਂ ਜਿਹੜੇ ਕਾਲਜਸ ਮੈਂ ਹੁਣੇ ਮੈਂਸ਼ਨ ਕੀਤੇ ਆ ਉਹਨਾਂ 'ਚੋਂ ਕੋਈ ਵਧੀਆ ਕਾਲਜ 'ਚ ਜਾ ਸਕਦੇ ਹੋ। ਪਹਿਲੀ ਚੀਜ਼ ਇਹ। ਦੂਸਰੀ ਚੀਜ਼, ਤੁਸੀਂ ਪਹਿਲਾ ਸਾਲ ਇੰਜੀਨੀਅਰਿੰਗ ਦਾ, ਜੇ ਤੁਸੀਂ ਇੰਜੀਨੀਅਰਿੰਗ 'ਚ ਜਾਂਦੇ ਨਾਨ ਮੈਡੀਕਲ ਹੈਗੇ, ਆਮ ਅਸਿਊਮਿੰਗ ਕਿ ਤੁਹਾਡੇ ਲਈ ਬੈਸਟ ਆਪਸ਼ਨ ਉਹ ਆ। ਪਹਿਲਾ ਸਾਲ ਤੁਸੀਂ ਪੜ੍ਹਾਈ ਤੇ ਫੋਕਸ ਰੱਖੋ, ਦੂਸਰੇ ਸਾਲ ਤੋਂ ਤੁਸੀਂ UPSC ਦੀ ਤਿਆਰੀ ਨਾਲ ਸ਼ੁਰੂ ਕਰ ਦਿਓ। 3 ਸਾਲ ਮੋਰ ਦੈਨ ਇਨਫ ਆ। ਮੈਂ ਇਦਾਂ ਦੇ ਸਾਡੇ ਸੀਨੀਅਰਸ ਕਾਲਜ ਹੁੰਦੇ ਸੀਗੇ ਜਿਨ੍ਹਾਂ ਨੂੰ ਮੈਂ ਜਾਣਦਾ, ਆਲ ਇੰਡੀਆ ਰੈਂਕ 16 UPSC 'ਚ BTech ਦੇ ਨਾਲ ਫਾਈਨਲ ਈਅਰ ਦੇ ਵਿੱਚ ਹੀ। ਸੋ ਪੋਸੀਬਲ ਹੈਗਾ 23 ਸਾਲ ਦੀ ਉਮਰ 'ਚ IAS ਆਫਿਸਰ ਹੈਗੇ ਆ, ਰਾਈਟ? ਪੋਸੀਬਲ ਹੈਗਾ। ਤੁਸੀਂ ਵਧੀਆ ਯੂਨੀਵਰਸਿਟੀ, ਹਾਂ ਜੇ ਤੁਸੀਂ ਵਧੀਆ ਯੂਨੀਵਰਸਿਟੀ ਨਹੀਂ ਜਾਂਦੇ ਨਾ, ਫਿਰ ਸਗੋਂ ਡਰ ਹੈਗਾ ਕਿ ਤੁਸੀਂ ਵਧੀਆ ਯੂਨੀਵਰਸਿਟੀ 'ਚ ਨਹੀਂ ਗਏ ਤੇ ਉੱਥੋਂ ਦੇ ਮਾਹੌਲ ਦੇ ਹਿਸਾਬ ਨਾਲ ਡਿਲੂਟ ਹੋ ਗਏ, ਫਿਰ ਜਦੋਂ ਲੱਗਿਆ ਵੀ ਚੱਲ ਕੋਈ ਨਹੀਂ, ਕੈਜੂਅਲ ਜਿਹਾ ਹੋ ਜਾਂਦਾ ਐਟੀਟਿਊਡ, ਰਾਈਟ? ਸੋ ਤੁਹਾਡੇ ਮਦਦ ਦੀ ਬਹੁਤ ਵਧੀਆ ਐਡਵਾਈਸ ਹੈ। ਐਂਡ ਉਹਦੇ ਨਾਲ ਤੁਸੀਂ ਜਿਹੜੀ ਤੁਹਾਡੀ ਸਪੋਰਟਸ ਹੈ ਉਹਨੂੰ ਵੀ ਕੰਟੀਨਿਊ ਰੱਖਿਓ, ਬਿਕੋਜ਼ ਤੁਹਾਨੂੰ ਕੰਪੀਟੀਟਿਵ ਸਪਿਰਿਟ ਹੋਊਗੀ। ਐਂਡ BA ਇਜ਼ ਗੁੱਡ, ਬਟ ਤੁਸੀਂ BTech ਕਰ ਸਕਦੇ ਹੋ। ਜਿਹਨੇ ਆਰਟਸ ਲਈ ਸੀ ਉਹ BTech ਨਹੀਂ ਕਰ ਸਕਦਾ। ਸੋ ਯੂ ਸ਼ੁਡ ਗੋ ਫॉर BTech। ਹਾਂ, ਗੋ ਫॉर BTech। ਉਹ ਸਕਿੱਲ ਬੇਸਡ ਡਿਗਰੀ ਹੈ, ਪ੍ਰੋਫੈਸ਼ਨਲ ਡਿਗਰੀ ਹੈ।